ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ। ਸਚ ਮੰਗਲ ਗਾਵੋ ਤਾਂ ਪ੍ਰਭ ਭਾਵੋ ਸੋਹਲੜਾ ਜੁਗ ਚਾਰੇ। ਆਵੋ ਮੀਤ ਪਿਆਰੇ ਹਮ ਘਰ ਸਾਜਨ ਆਇਆ। ਸਾਚੇ ਮੇਲ ਮਿਲਾਇਆ। ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ। ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ। ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ ਅਹਨਿ ਸਹਿਜ ਦਰਸ਼ਨ ਪਰਸੈ। ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮੰਦੀ। ਨੂਰ ਅਰਸੋਂ ਕੁਰਸੋਂ ਤੁਧ ਜਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀਆ। ਸਭਨਾਂ ਦਾ ਸਾਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀਆ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ।
एक अरदास पाठ कीरत की, गुर रामदास राखो शरणाई। सतनाम। वाहिगुरु साहिब जीओ। सिमरत शास्त्र बहुत विस्तारा, माया मोह पसरिया पासारा। सिमरत शास्त्र बहुत विस्तारा, माया मोह पसरिया पासारा। मूर्ख पढ़ै शब्द ना बूझै, गुरमुख विरलै जाता है। आपे करता करे कराए, सच्ची बाणी सच दृढ़ाए। नानक नाम मिलै वड्याई, जुग जुग एको जाता है। आपे करता करे कराए, सच्ची बाणी सच दृढ़ाए। नानक नाम मिलै वड्याई, जुग जुग एको जाता है। वाहिगुरु जी का खालसा, वाहिगुरु जी की फतेह। धन धन सतगुरु जुगो जुग अटल, दीन दुनिया दे मालिक, चवर तख्त छतर ते मालिक। सोहणे संघासनां दा शिंगार, सुभाए मान शब्द गुरु। पतत पावन भगत वशल, कृपा निधान जगत गुरु। धन धन सतगुरु दसां पातशाहियां जी दे आत्मक सोहणे स्वरूप। साहिब सतगुरु श्री गुरु ग्रंथ साहिब जी महाराज सच्चे पातशाह। तना दी महान पावन पवित्र निगी गोद अंदर विराजमान, गुरां की साजी निवाजी सत्कारी साध संगत जीओ। बहुत वड्डे भाग ने, बिन भागां सत संग ना लभै, बिन संगत मैल भरीजै जीओ। धन सतगुरु गुरु कलगीधर महाराज साहिबे कमाल, दशमेश पिता सरबंस दानी। वालिए दो जहान साहिब सतगुरु दसवें नानक स्वरूप, साहिब श्री गुरु गोबिंद सिंह जी महाराज। तना दे महान पावन पवित्र सोहणे विरासोए अस्थान गुरुद्वारा श्री मंजी साहिब।
ਗੁਰਦੁਆਰਾ ਸ੍ਰੀ ਤੀਰਸਰ ਸਾਹਿਬ, ਕਲਿਆਣਸਰ ਸਾਹਿਬ। ਤਨਾਂ ਦੇ ਵਪਾਰਕ ਚਰਨ ਇਸ ਪਾਵਨ ਧਰਤੀ ਤੇ ਪਏ। ਗੁਰੂ ਕੇ ਬਚਨ ਜਿੱਥੇ ਜਾਏ ਬਹਿ, ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਗੁਰੂ ਕੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਦੇ ਵਾਸਤੇ ਇਸ ਦੁਨਿਆਵੀ ਧੂੜ ਦਾ ਟਾਕਰਾ ਕਰਦੇ ਹੋਏ, ਲੰਘਦੇ ਹੋਏ ਆਪ ਗੁਰਾਂ ਕੇ ਪਾਵਨ ਅਸਥਾਨਾਂ ਤੇ ਜੁੜ ਬੈਠੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸੋਹਣੇ ਅਸਥਾਨਾਂ ਦੇ ਜਿੱਥੇ ਪਾਵਨ ਦਰਸ਼ਨ ਦੀਦਾਰ ਕਰਨ ਦਾ ਅੱਜ ਦਾ ਸੁਭਾਗਾ ਦਿਨ ਸਮਾਂ ਗੁਰੂ ਨੇ ਬਖਸ਼ਿਸ਼ ਕੀਤਾ ਹੈ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਇਹਨਾਂ ਪਾਵਨ ਅਸਥਾਨਾਂ ਤੋਂ ਰੋਜ਼ਾਨਾ ਆਪ ਗੁਰੂ ਕੀ ਬਾਣੀ ਦੇ ਜਾਪ, ਗੁਰੂ ਕੀ ਬਾਣੀ ਦੇ ਕੀਰਤਨ, ਗੁਰੂ ਕੀ ਬਾਣੀ ਦੀ ਕਥਾ ਲੜੀਵਾਰ ਰੋਜ਼ਾਨਾ ਸਰਵਣ ਕਰਦੇ ਹੋ। ਅੱਜ ਵੀ ਆਪ ਜੀਆਂ ਨੇ ਉਸ ਮਰਿਆਦਾ ਨੂੰ ਸਰਵਣ ਕੀਤਾ ਹੈ, ਸੁਣਨਾ ਕੀਤਾ ਹੈ, ਜਪਣਾ ਕੀਤਾ ਹੈ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਗੁਰੂ ਦੀ ਗੱਲ ਸਾਡੀ ਸਮਝ ਵਿੱਚ, ਸਾਡੀ ਸੋਚ ਵਿੱਚ, ਮੱਤ ਵਿੱਚ ਆ ਜਾਵੇ। ਸਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਗੁਰੂ ਦੇ ਭਰੋਸੇ ਦੇ ਵਿੱਚ ਹੋਵੇ ਤੇ ਗੁਰੂ ਵੱਲ ਹੋਵੇ। ਗੁਰੂ ਕਿਰਪਾ ਕਰੇ। ਹੁਣ ਆਪ ਜੀਆਂ ਨੇ ਗੁਰੂ ਘਰ ਦੇ ਕੀਰਤਨੀਏ ਜਥੇ ਪਾਸੋਂ ਗੁਰੂ ਕੀ ਬਾਣੀ ਆਸਾ ਕੀ ਵਾਰ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਗੁਰੂ ਸ਼ਬਦ ਵਿਚਾਰ ਦਾ ਸ਼ਬਦ ਆਪ ਜੀਆਂ ਨੇ ਹੁਣੇ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਕੀ ਬਾਣੀ ਦੀ ਸ਼ਬਦ ਵਿਚਾਰ ਕਥਾ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਮੈਂ ਕਈ ਵਾਰ ਬੇਨਤੀ ਕਰਦਾ, ਬਹੁਤ ਔਖਾ ਹੈ ਗੁਰੂ ਦੇ ਸ਼ਬਦ ਨੂੰ ਸੁਣਨਾ, ਮੰਨਣਾ। ਬੈਠ ਕੇ ਦੁਨੀਆ ਦੀਆਂ ਗੱਲਾਂ ਨੂੰ ਕਰਨਾ ਬਹੁਤ ਸੌਖਾ ਏ। ਰੰਗ ਤਮਾਸ਼ਿਆਂ ਨੂੰ ਦੇਖਣਾ, ਸੁਣਨਾ ਬਹੁਤ ਸੌਖਾ ਏ। ਮਨੁੱਖ ਸਾਰਾ ਦਿਨ, ਸਾਰੀ ਰਾਤ ਬਹਿ ਕੇ ਸੁਣ ਸਕਦਾ ਤੇ ਸੁਣਦਾ, ਉਹਨੂੰ ਰਸ ਵੀ ਆਉਂਦਾ ਹੈ। ਤੇ ਉਸ ਮਨੁੱਖ ਨੂੰ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਤਜਵੀਜ਼ ਦਿੱਤੀ ਹੈ, ਜਿਹੜਾ ਨਾਮ ਦਿੱਤਾ ਹੈ, ਉਹ ਹੈ ਮਨ ਮੁਖ ਸਾਖਤ। ਰੱਬ ਨਾਲੋਂ ਟੁੱਟਾ ਹੋਇਆ ਬੰਦਾ ਦੁਨੀਆ ਦੇ ਰਸ ਮਾਣਦਾ ਹੈ। ਉਹ ਉਹਦੇ ਵਿੱਚ ਮਗਨ ਹੈ, ਉਹਨੂੰ ਉਹਦੇ ਵਿੱਚ ਰਸ ਆਉਂਦਾ ਹੈ। ਪਰ ਜਿਹੜਾ ਗੁਰੂ ਕਾ ਸਿੱਖ ਹੈ, ਉਹਨੂੰ ਸ਼ਬਦ ਦੇ ਵਿੱਚੋਂ ਰਸ ਆਉਂਦਾ ਹੈ। ਉਹ ਸ਼ਬਦ ਦੇ ਵਿੱਚੋਂ ਰਸ ਨੂੰ ਭਾਲਦਾ ਹੈ। ਧੰਨ ਸਤਿਗੁਰੂ ਗੁਰੂ ਕੀ ਬਾਣੀ ਉਹ ਅਥਾਹ ਅਸੀਮ ਰਸ ਹੈ, ਜਿਸ ਨੂੰ ਕੋਈ ਮਿਲ ਨਹੀਂ ਸਕਦਾ, ਥਾਪ ਨਹੀਂ ਸਕਦਾ, ਬੰਨ੍ਹ ਨਹੀਂ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਗੁਰੂ ਕੀ ਬਾਣੀ ਵਿੱਚ ਉਦਾਹਰਨ ਦਿੱਤੀ ਹੈ ਗੂੰਗੇ ਦੀ। ਜਿਉਂ ਗੂੰਗੇ ਮਠਿਆਈ ਖਾਈ, ਜਿਵੇਂ ਗੂੰਗਾ ਮਠਿਆਈ ਨੂੰ ਖਾ ਕੇ ਉਹਦੇ ਰਸ ਨੂੰ ਮਾਣ ਸਕਦਾ ਹੈ, ਪਰ ਉਹਦੇ ਰਸ ਨੂੰ ਦੂਜਿਆਂ ਤੱਕ ਦੱਸ ਨਹੀਂ ਸਕਦਾ। ਦੁਨੀਆ ਦਾ ਰਸ ਤਾਂ ਦੱਸ ਦੇਵੇਗਾ, ਬਿਆਨ ਕਰ ਦੇਵੇਗਾ, ਪਰ ਜਿਹੜਾ ਮਾਲਕ ਦਾ ਰਸ ਹੈ, ਜਿਹੜਾ ਬਾਣੀ ਦਾ ਰਸ ਹੈ, ਜਿਹੜਾ ਸ਼ਬਦ ਦਾ ਰਸ ਹੈ, ਜਿਹੜਾ ਅੰਮ੍ਰਿਤ ਦਾ ਰਸ ਹੈ, ਜਿਹਨੂੰ ਸਤਿਗੁਰੂ ਗੁਰੂ ਕੀ ਬਾਣੀ ਨੇ ਕਿਹਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਸ ਰਸ ਨੂੰ ਮਨ ਨੇ ਪੀਣਾ ਹੈ, ਮਨ ਨੇ ਚਖਣਾ ਹੈ।
ਤੇ ਵਿਰਲੇ ਜਿਹੜੇ ਗੁਰੂ ਕੇ ਪਿਆਰੇ ਨੇ ਉਹ ਇਸ ਰਸ ਨੂੰ ਚਖਦੇ ਆ। ਤੇ ਅੱਜ ਦਾ ਪਾਵਨ ਜਿਹੜਾ ਸ਼ਬਦ ਹੈ ਉਹਦੇ ਵਿੱਚ ਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਗੁਰੂ ਕੇ ਪਿਆਰਿਆਂ ਦੀ ਗੱਲ ਕੀਤੀ ਹੈ। ਗੁਰੂ ਗੁਰਮੁਖਾਂ ਦੀ ਗੱਲ ਕਰਦਾ, ਗੁਰੂ ਗੁਰਮੁਖਾਂ ਦੀ ਗਵਾਹੀ ਭਰਦਾ। ਗੁਰੂ ਨੂੰ ਗੁਰਮੁਖ ਚੰਗੇ ਲੱਗਦੇ ਆ, ਗੁਰੂ ਨੂੰ ਭਗਤ ਚੰਗੇ ਲੱਗਦੇ ਆ, ਗੁਰੂ ਨੂੰ ਬ੍ਰਹਮ ਗਿਆਨੀ ਚੰਗੇ ਲੱਗਦੇ ਆ, ਸੇਵਾ ਵਾਲੇ, ਸਿਮਰਨ ਵਾਲੇ। ਸੰਸਾਰ ਨੂੰ ਇਹ ਬੰਦੇ ਚੰਗੇ ਨਹੀਂ ਲੱਗਦੇ, ਨਿਰੰਕਾਰ ਨੂੰ ਲੱਗਦੇ ਆ। ਇਸੇ ਕਰਕੇ ਗੁਰੂ ਕੀ ਬਾਣੀ ਵਿੱਚ ਵਚਨ ਹੈ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਇਹ ਸ਼ੁਰੂ ਤੋਂ ਹੈ, ਅੱਜ ਤੋਂ ਨਹੀਂ ਹੈ। ਇਹ ਸ਼ੁਰੂ ਤੋਂ ਜਿਹੜੇ ਮਨਮੁਖ ਬੰਦੇ ਨੇ ਗੁਰਮੁਖਾਂ ਨੂੰ ਦੁੱਖ ਦਿੰਦੇ, ਪਰ ਗੁਰਮੁਖ ਇਹਨਾਂ ਦੁੱਖਾਂ ਨੂੰ ਮਨਾਉਂਦੇ ਨਹੀਂ, ਪਰਵਾਹ ਨਹੀਂ ਕਰਦੇ। ਕਿਉਂ? ਪਰਵਾਹ ਨਾ ਹੀ ਕਿਸਾ ਕੀਰੀ। ਗੁਰੂ ਸਿੱਖ ਨੂੰ ਹੌਸਲਾ ਦਿੰਦਾ, ਗੁਰੂ ਸਿੱਖ ਨੂੰ ਹਿੰਮਤ ਦਿੰਦਾ, ਤਾਕਤ ਦਿੰਦਾ, ਸਮਰੱਥਾ ਦਿੰਦਾ ਲੜਨ ਦੀ। ਇਹ ਤਾਕਤ, ਇਹ ਸਮਰੱਥਾ ਮਨਮੁਖ ਬੰਦੇ ਦੇ ਕੋਲ ਨਹੀਂ ਹੈ। ਬੇਸ਼ੱਕ ਦੁਨੀਆ ਦੇ ਰਾਜ ਭਾਗ ਉਹਦੇ ਕੋਲ ਹੈ, ਦੁਨੀਆ ਦੇ ਸੁੱਖ ਆਰਾਮ ਉਹਦੇ ਕੋਲ ਹੈ, ਪਰ ਉਹਦੇ ਕੋਲ ਚੈਨ ਨਹੀਂ ਆ, ਉਹਦੇ ਕੋਲ ਟਿਕਾ ਨਹੀਂ ਹੈ, ਉਹਦੇ ਕੋਲ ਆਨੰਦ ਨਹੀਂ ਹੈ ਜਿਹੜੀ ਗੁਰੂ ਨੇ ਗੁਰੂ ਕੇ ਸਿੱਖ ਨੂੰ ਦਿੱਤੀ ਹੈ। ਚਾਹੇ ਉਹ ਗਰਮੀ ਦੀ ਰੁੱਤ ਦੇ ਵਿੱਚ ਸਿਰ 'ਤੇ ਛੱਤ ਨਹੀਂ ਆ ਬੈਠਾ ਹੈ, ਚਾਹੇ ਠੰਡਾਂ ਦੀਆਂ ਰਾਤਾਂ ਦੇ ਵਿੱਚ ਬਿਨਾਂ ਛੱਤ ਤੋਂ ਬੈਠਾ ਹੈ। ਗੁਰੂ ਕਾ ਬਚਨ ਉਹਦੇ ਵਾਸਤੇ ਬਹੁਤ ਅਮੋਲਕ ਹੈ, ਨਾਮ ਅਮੋਲਕ ਹੈ, ਬਹੁਤ ਕੀਮਤੀ ਹੈ ਉਹਦੇ ਵਾਸਤੇ ਗੁਰੂ ਦਾ ਸ਼ਬਦ। ਇਹਦੇ ਬਦਲੇ ਉਹ ਆਪਣੇ ਘਰ ਤੱਕ ਵੇਚ ਦਿੰਦਾ ਹੈ, ਘਰਾਂ ਦਾ, ਦੁਨਿਆਵੀ ਸੁੱਖਾਂ ਦਾ, ਐਸ਼ੋ ਆਰਾਮ ਦਾ ਤਿਆਗ ਕਰ ਦਿੰਦਾ ਹੈ। ਕਿਉਂਕਿ ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਪਾਰੀ ਜੀਓ। ਸੁਨਿਆਰੇ ਨੂੰ ਪਤਾ ਹੈ ਵੀ ਸੋਨੇ ਦੀ ਕੀਮਤ ਕੀ ਹੈ, ਜਵਾਹਰੀ ਨੂੰ ਪਤਾ ਹੈ ਵੀ ਹੀਰੇ ਦੀ ਕੀਮਤ ਕੀ ਹੈ, ਗੁਰੂ ਨੂੰ ਪਤਾ ਹੈ, ਸਿੱਖ ਨੂੰ ਪਤਾ ਹੈ ਸ਼ਬਦ ਦੀ ਕੀਮਤ ਕੀ ਹੈ, ਸ਼ਬਦ ਦੀ ਕੀਮਤ ਕੀ ਹੈ। ਅੱਜ ਧੰਨ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਦਾ ਵਿਆਹ ਪੁਰਬ ਹੈ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਅੱਜ ਦੇ ਦਿਨ ਗੁਰੂ ਕੇ ਲਾਹੌਰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਆਹੁਣ ਦੇ ਵਾਸਤੇ ਮਾਤਾ ਜੀਤ ਕੌਰ ਜੀ ਨੂੰ, ਮਾਤਾ ਜੀਤੋ ਜੀ ਨੂੰ ਗਏ ਸਨ। ਸਮੂਹ ਸੰਗਤ ਨੂੰ ਧੰਨ ਸਤਿਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਲੱਖ 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 ਵਧਾਈ। ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਹੈ ਦੁਨੀਆ ਦੇ ਵਿੱਚ ਮਨਾਇਆ ਜਾਂਦਾ, ਰੁੱਤ ਹੈ ਬਸੰਤ ਰੁੱਤ ਹੈ। 12 ਮਹੀਨੇ ਅਤੇ 6 ਰੁੱਤਾਂ ਨੇ ਇਸ ਧਰਤੀ ਦੀਆਂ, ਇਸ ਦੇਸ਼ ਦੀਆਂ, ਸਿਰਫ ਇਸ ਦੇਸ਼ ਦੀਆਂ। ਕਈਆਂ ਦੀ ਇੱਕ ਰੁੱਤ ਹੈ ਦੇਸ਼ ਦੀ, ਕਈਆਂ ਦੀ 2, ਕਈਆਂ ਦੀ 4, ਪਰ ਇਸ ਧਰਤੀ ਦੀਆਂ, ਇਸ ਦੇਸ਼ ਦੀਆਂ ਜੇ ਰੁੱਤਾਂ ਨੇ, ਭਾਰਤ ਦੀਆਂ 6 ਰੁੱਤਾਂ ਨੇ। ਉਹਨਾਂ 6 ਰੁੱਤਾਂ ਦੇ ਵਿੱਚੋਂ ਜਿਹੜੀ ਹੁਣ ਰੁੱਤ ਚੱਲ ਰਹੀ ਹੈ ਉਹਨੂੰ ਕਹਿੰਦੇ ਬਸੰਤ। ਅਤੇ ਗੁਰੂ ਕੀ ਬਾਣੀ ਦੇ ਵਿੱਚ ਜਿੱਥੇ 12 ਮਹੀਨਿਆਂ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਕੀਤਾ, ਉੱਥੇ 6 ਰੁੱਤਾਂ ਦਾ ਵੀ ਜ਼ਿਕਰ ਹੈ। ਹਰ ਰੁੱਤ ਦੇ ਵਿੱਚ ਗੁਰੂ ਨੇ ਨਾਮ ਨੂੰ ਜਪਣ ਦੀ ਗੱਲ ਕਹੀ ਹੈ ਵੀ ਤੂੰ ਨਾਮ ਨਹੀਂ ਛੱਡਣਾ। ਚਾਹੇ ਤੈਨੂੰ ਗਰਮੀ ਲੱਗਦੀ ਹੈ, ਚਾਹੇ ਸਰਦੀ ਹੈ, ਚਾਹੇ ਪੱਤ ਝੜਦੀ ਹੈ, ਚਾਹੇ ਗਰਮੀ ਦੀ ਹੈ, ਚਾਹੇ ਹੁਮਸ ਹੈ, ਤੂੰ ਹਰੇਕ ਰੁੱਤ ਦੇ ਵਿੱਚ ਗੁਰੂ ਦੇ ਨਾਲ ਜੁੜਨਾ। ਅਤੇ ਗੁਰੂ ਦੀ ਇਹ ਤਾਕੀਦ ਹੈ, ਗੁਰੂ ਦਾ ਹੁਕਮ ਹੈ ਸਿੱਖ ਦੇ ਵਾਸਤੇ। ਤੂੰ ਇੱਕ ਪਲ ਦੇ ਵਾਸਤੇ, ਖਿਣ ਦੇ ਵਾਸਤੇ ਇੱਧਰ ਉੱਧਰ ਨਹੀਂ ਹੋਣਾ ਗੁਰੂ ਤੋਂ, ਇੰਨਾ ਜ਼ਰੂਰੀ। ਸਤਿਗੁਰੂ ਕਹਿੰਦੇ ਜਿੰਨਾ ਸਾਹ ਤੋਂ ਬਿਨਾਂ ਤੂੰ ਔਖਾ ਹੁੰਦਾ ਨਾ,
एक सैकंड वास्ते तेनों साह ना आवे, तेरी हालत कैसी है। इस तरह कहते भी शब्द नूं साह बना आखो सतनाम श्री वाहिगुरू। गुरु की बाणी विच वचन है सास सास सिमरो गोबिंद। कोई छोड़ नहीं है, कोई छुट्टी नहीं है इस काम दे विच। इन्ना जरूरी है, किन्ना कुछ जरूरी है। सतगुरु महाराज जी सोधर दी बाणी पढ़ते हो ना, रोजाना चेता करवाते हो। ये पढ़ाई सारी उम्र नहीं मुकनी, ये नाल भी जानी है, जन्म तो लैके अखीर तक। ये पढ़ाई, ये बाणी आद सच जुगाद सच है भी सच नानक होसी। ये तुसीं भी कहो करनी है, क्योंकि गुरु ने भी वो पढ़ाई की है, सिखा ने भी, आपां भी गां। ये नहीं बदलनी। दुनिया की पढ़ाई समय समय साल साल बाद बदलती रहिंदी है, पर जिहड़ी गुरु की पढ़ाई है, जिहड़ा गुरु दा लैसन है, गुरु दा उपदेश है, गुरु दा टॉक है, शब्द है, सिक्ख्या, साडे बापू ने भी उही सानू दित्ती। असीं गां भी अपने बच्चिआं नूं। ये इसे तां निरंतर चलेगी। इहदे विच एक खिन मात्र भी शब्द जिहड़ा लफ्ज अगांह पछाण नहीं हो सकदा। क्यों? ये दुनिया का लैसन नहीं है, ये दुनिया ने नहीं बनाया, ये किसी बंदे का बनाया होया नहीं है। ये सतगुरु महाराज जी का सच पूरा गुरु उपदेशिया नानक सुणावे। 31 रागां दे विचों बसंत राग, बसंत रुत चल रही है ना, ते बसंत राग दे विच जिहड़े गुरु के कीर्तनीए ने वो जरूर शब्द पढ़ते हैं। गुरु का हुक्म है, ये मर्यादा मैं कई बार बेनती करदा। बंदे की मर्यादा बदलती है, ये बदल सकता है, पर जिहड़ी सतगुरु महाराज जी की मर्यादा है गुरु घर की, जो शुरू तो चली आ रही है, किसी नूं सतगुरु महाराज जी ने हक नहीं दिता, इनू बदलती है। जपजी साहिब का पाठ कोई कहे भी मैं शाम नूं कर लावां, भी सोधर की बाणी का सवेर नूं आसा की वार दा नहीं। क्यों? मैं पहला बेनती की, ये लैसन, ये सबजैक्ट मनुख का नहीं है, ये मर्यादा बंदे की बनाई हुई नहीं है, ये सतगुरु महाराज जी की बनाई हुई मर्यादा है। ये उहदा कारज है, जिसका कारज तिन ही किया। इस कारज नूं सतगुरु कहंदे ये भी मैं नहीं कीता, ये उस अकाल पुरख वाहिगुरु द्वारा कीता होया है। तो सानू ये शब्द गुरु की बाणी विचों मिलते हैं, जिसका कारज तिन ही किया मानस क्या विचार। ये विचारा की कर सकता है? बंदा कहता तो है, सतगुरु कहते इहदे हथ पल्ले कुछ नहीं है, ये कुछ नहीं कर सकता। वो मालिक चाहे, उसकी कृपा होवे, फिर हो सकता है। कई बार मनुख होमै विच कहंदा मैं आ कीता, मैं वो कीता। सतगुरु कहंदे बहुत तगड़ा मूर्ख है, जे को आखै बोल बिगाड़, तां लिखी है सिर गावारां गावार। गावार दा अर्थ की है? मूर्ख। मूर्खां तो भी वड्डा मूर्ख है जिहड़ा कहंदा मैं कीता, उहदे बोलां नूं विगाड़दा। किद्दां? होमै दे विच ये मैं कीता, जे मैं ना हुंदा हो ही नहीं सकदा। सतगुरु कहंदे इन्हें हुक्म नूं बुझिया ही नहीं, इन्हें समझिया ही नहीं। किते इन्हें जपजी साहिब की बाणी नूं पढ़िया हुंदा, ये ऐसे होमे परे बोल ना बोलदा, हुक्म है अंदर सब को, बाहर हुक्म ना। ये कदी ना कहंदा ये मेरा दिता खा रहा, कहंदा जिस दा दिता खावना तिस कहीआ। ये भुलेखा, ये भरम है दुनिया दे विच। सतगुरु कहंदे बहुत तगड़ा, पर जिन्हों समझ मालिक बख्शिश करता है,
ਜਿਹਦੇ ਉੱਤੇ ਮਾਲਕ ਦੀ ਬਖਸ਼ਿਸ਼ ਹੈ, ਜਿਹਦੇ ਉੱਤੇ ਮਾਲਕ ਦੀ ਕਿਰਪਾ ਹੈ, ਉਹ ਮਾਲਕ ਦੇ ਹੁਕਮ ਨੂੰ ਬੁੱਝਦਾ ਹੈ, ਸਮਝਦਾ ਹੈ। ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਮੈਂ ਫਿਰ ਬੇਨਤੀ ਕਰਾਂ, ਇਹ ਸ਼ਬਦ ਜਦੋਂ ਸਾਹਮਣੇ ਆਉਂਦਾ ਹੈ, ਜਦੋਂ ਹਉਮੈ ਆਪਣਾ ਪਸਾਰਾ ਖਿਲਾਰਦੀ ਹੈ, ਮਨੁੱਖ ਦੇ ਉੱਤੇ ਪ੍ਰਭਾਵ ਪਾਉਂਦੀ ਹੈ, ਪਰ ਉਹ ਤੋਂ ਪਹਿਲਾਂ ਜਪਜੀ ਪੜ੍ਹਨ ਵਾਲਾ ਸਿੱਖ, ਉਹਦੇ ਸਾਹਮਣੇ ਇਹ ਪੰਕਤੀਆਂ ਆ ਜਾਂਦੀਆਂ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ। ਜਿਹਨੇ ਹੁਕਮ ਨੂੰ ਬੁੱਝ ਲਿਆ ਉਹਨੇ ਹਉਮੈ ਨੂੰ ਵੀ ਬੁੱਝ ਲਿਆ, ਉਹਦੀ ਹਉਮੈ ਦੂਰ ਹੈ। ਪਰ ਜਿਹਦੇ ਵਿੱਚ ਹਉਮੈ, ਸਮਝ ਲਓ ਸਤਿਗੁਰੂ ਕਹਿੰਦੇ ਉਹਨੇ ਅਜੇ ਹੁਕਮ ਨੂੰ ਬੁੱਝਿਆ ਹੀ ਨਹੀਂ ਹੈ, ਉਹਨੇ ਸਮਝਿਆ ਹੀ ਨਹੀਂ ਹੈ। ਕਈ ਵਾਰ ਬੇਨਤੀ ਕਰੀਦਾ, ਬਾਣੀ ਇੱਕ ਸਮਝਣ ਦਾ ਵਿਸ਼ਾ, ਨਿਰਾ ਪੜ੍ਹਨ ਦਾ ਨਹੀਂ ਹੈ। ਜੇ ਪੜ੍ਹਨ ਦਾ ਹੁੰਦਾ, ਗੁਰੂ ਕੀ ਬਾਣੀ ਵਿੱਚ ਇਹ ਸ਼ਬਦ ਨਾ ਆਉਂਦੇ ਵੀ ਪੜ੍ਹਿਆ ਮੂਰਖ ਆਖੀਆ, ਜਿਸ ਲੱਭ ਲੋਭ ਹੰਕਾਰਾ, ਕਿਆ ਪੜ੍ਹੀਆ ਕਿਆ ਗੁਣੀਆਂ, ਕਿਆ ਵੇਦ ਪੁਰਾਨਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ ਜੂੰ ਸਹਿਜ ਨਾ ਮਿਲਿਓ। ਜੇ ਇਕੱਲੇ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਗੱਲ ਬਣ ਜਾਂਦੀ ਤੇ ਗੁਰੂ ਕੀ ਬਾਣੀ ਕਦੀ ਵੀ ਇਹ ਸ਼ਬਦ ਸਾਡੇ ਸਾਹਮਣੇ ਨਾ ਲਿਆਉਂਦੀ। ਸਤਿਗੁਰੂ ਕਹਿੰਦੇ ਨਹੀਂ, ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ। ਗੱਲ ਬੁੱਝਣ ਦੀ ਆ। ਜੇ ਨਾ ਹੁੰਦੀ, 80-80 ਸਾਲ ਦੇ ਬਜ਼ੁਰਗ, ਮੈਂ ਵੀ ਵਿੱਚੇ ਹੀ ਹਾਂ, ਸਾਰੀ ਉਮਰ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਰਹਿੰਦੇ ਹਾਂ, ਪਰ ਹੁਕਮ ਨੂੰ ਬੁੱਝਿਆ ਹੀ ਨਹੀਂ। ਹਉਮੈ ਦੇ ਵਿੱਚ ਹੀ ਜ਼ਿੰਦਗੀ ਬਤੀਤ ਹੈ, ਉਹ ਰਸ ਨਹੀਂ ਆਉਂਦਾ। ਕਿਉਂ? ਅਲਾਂਭੇ ਵੀ ਦੇਈ ਜਾਂਦੇ ਹਾਂ। ਗੁਰੂ ਘਰ ਵੀ ਬੜਾ ਲੰਮਾ ਸਮਾਂ ਹੋ ਗਿਆ ਸੇਵਾ ਕਰਦੇ ਨੂੰ, ਬਾਣੀ ਪੜ੍ਹਦੇ ਨੂੰ, ਪਰ ਉਹ ਗੱਲ ਬਣੀ ਨਹੀਂ, ਰਸ ਆਇਆ ਨਹੀਂ। ਸਤਿਗੁਰੂ ਕਹਿੰਦੇ ਨਿਰਾ ਪੜ੍ਹਿਆ ਹੀ ਆ। ਜਿਹੜੀ ਅੱਗੇ ਮੈਂ ਸ਼ਰਤ ਕਹੀ ਸੀ, ਪੜ੍ਹਿਆ ਨਾ ਹੀ ਭੇਦ ਬੁੱਝਿਆ, ਸਮਝਿਆ ਤਾਂ ਨਹੀਂ, ਕੰਮ ਉਹੀ ਕਰੀ ਗਿਆ। ਜਿਉਂ ਕੁੰਚਰ ਇਸ਼ਨਾਨ, ਨਹਾਤਾ ਧੋਤਾ, ਪਰ ਬਾਅਦ ਦੇ ਵਿੱਚ ਕੀ ਖੇਪ ਵਾਲੀ ਬੇਈਮਾਨੀ, ਝੂਠ, ਨਿੰਦਿਆ, ਈਰਖਾ, ਇਹ ਵੀ ਤਾਂ ਦੂਰ ਕਰਨੀ ਸੀ। ਸੇਵਾ ਦੇ ਨਾਲ ਸੇਵਾ ਕਰ ਤੋਹੇ ਨੇ ਕਾਮੀ, ਉਹ ਤਾਂ ਦੂਰ ਨਹੀਂ ਹੋਈ, ਨਿੰਦਿਆ ਚੁਗਲੀ ਨਾਲ ਹੀ ਰੱਖੀ। ਸਤਿਗੁਰੂ ਨੇ ਇਹਨੂੰ ਕਿਹਾ ਇਹ ਕੁੰਚਰ ਇਸ਼ਨਾਨ ਹੈ। ਹਾਥੀ ਨਹਾਉਂਦਾ ਤਾਂ ਬਹੁਤ ਸੋਹਣਾ, ਕਦੀ ਨਹਾਉਂਦਿਆਂ ਵੇਖਿਓ ਉਹਨੂੰ, ਕਿੰਨਾ ਸੋਹਣਾ ਲੱਗਦਾ, ਪਰ ਬਾਅਦ ਦੇ ਵਿੱਚ ਆਪ ਹੀ ਖੇਪ ਪਾ ਲੈਂਦਾ। ਸਤਿਗੁਰੂ ਕਹਿੰਦੇ ਇਹ ਹੈ ਹਾਥੀ ਦਾ ਇਸ਼ਨਾਨ। ਇੱਦਾਂ ਦਾ ਸਿੱਖ ਨੇ ਨਹੀਂ ਕਰਨਾ। ਸਿੱਖ ਨੇ ਸ਼ਬਦ ਦਾ ਇਸ਼ਨਾਨ ਕਰਨਾ ਹੈ, ਸ਼ਬਦ ਦੇ ਵਿੱਚ ਇਸ਼ਨਾਨ ਕਰਨਾ ਹੈ, ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ, ਬੰਦਗੀ ਦੇ ਵਿੱਚ। ਉਹਨੂੰ ਸਮਝਣਾ ਹੈ ਵੀ ਗੁਰੂ ਮੇਰਾ ਕੀ ਕਹਿ ਰਿਹਾ ਹੈ। ਪਹਿਲਾਂ ਸੁਣਨਾ ਜਪਜੀ ਸਾਹਿਬ ਨੂੰ, ਫਿਰ ਮੰਨਣਾ, ਫਿਰ ਪ੍ਰਵਾਨ ਹੋਣਾ ਤੂੰ। ਕੰਡੀਸ਼ਨਾਂ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਦੱਸ ਦਿੱਤੀਆਂ, ਸਾਡੇ 'ਤੇ ਲਾ ਦਿੱਤੀਆਂ ਵੀ ਆਹ ਗੱਲ ਹੈ, ਇਹਨਾਂ 'ਤੇ ਤੁਰ। ਪਹਿਲਾਂ ਸੁਣ, ਫਿਰ ਮੰਨ। 4 ਵਾਰੀ ਸਤਿਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਅੰਦਰ ਸਮਝਾਇਆ। ਅਤੇ ਇੰਨਾ ਮੂਰਖ ਬੰਦਾ ਇੱਕ ਵਾਰੀ ਸੁਣਾਉਣ ਦੇ ਨਾਲ ਵੀ ਨਹੀਂ, ਸਤਿਗੁਰੂ ਨੂੰ ਪਤਾ ਵੀ ਇਹਨਾਂ ਨੇ ਸਮਝਣਾ। 4 ਵਾਰੀ ਬੰਦੇ ਨੂੰ ਬਾਰ-ਬਾਰ ਸਮਝਾਉਣਾ ਪੈਂਦਾ, ਅਤੇ ਬੰਦਾ ਫਿਰ ਨਾ ਸਮਝੇ, ਫਿਰ ਉਹ ਕਹਿੰਦੇ ਇਹ ਮੂਰਖੀ ਆ, ਇਹ ਪੱਥਰ ਹੈ, ਇਹਦੇ ਨਾਲ ਕੀ ਮੱਥਾ ਮਾਰਨਾ, ਇਹਨੂੰ ਕੀ ਸਮਝਾਉਣਾ। 4 ਵਾਰੀ ਸਤਿਗੁਰੂ ਮਹਾਰਾਜ ਜੀ ਨੇ ਪੌੜੀਆਂ ਜਪਜੀ ਸਾਹਿਬ ਦੇ ਅੰਦਰ ਇਸੇ ਵਾਸਤੇ ਸਮਝਾਉਣ ਨੂੰ ਤਾਂ ਇੱਕ ਵਾਰੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ। ਸੁਣਨ ਦੀਆਂ 4 ਪੌੜੀਆਂ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਆ, ਬਹੁਤ ਮਹਾਤਮ ਹੈ। ਜਨਮ ਤੋਂ ਲੈ ਕੇ ਅਖੀਰ ਤੱਕ ਜਪਜੀ ਸਾਹਿਬ ਹੀ ਪੜ੍ਹਿਆ ਜਾਂਦਾ। ਤੂੰ ਚਾਹੇ ਨਾ ਪੜ੍ਹੇ, ਪਰ ਤੇਰੇ ਜਨਮ 'ਤੇ ਵੀ ਪੜ੍ਹ ਦੇਣਾ, ਤੇਰੀ ਮੌਤ ਤੋਂ ਬਾਅਦ ਵੀ ਪੜ੍ਹ ਦੇਣਾ। ਤੂੰ ਚਾਹੇ ਸਾਰੀ ਉਮਰ ਨਹੀਂ ਪੜ੍ਹਿਆ, ਪਰ 2 ਵਾਰੀ ਤੇਰੇ 'ਤੇ ਪੜ੍ਹਿਆ ਜਾਣਾ। ਪੜ੍ਹ ਭਾਵੇਂ ਦੂਜੇ ਨੇ ਦੇਣਾ ਹੈ। ਜਦੋਂ ਬੱਚੇ ਦਾ ਜਨਮ ਹੁੰਦਾ, ਉਦੋਂ ਜਪਜੀ ਸਾਹਿਬ ਦਾ ਪਾਠ ਬੱਚਾ ਥੋੜ੍ਹਾ ਪੜ੍ਹਦਾ, ਅਤੇ ਅਖੀਰ 'ਤੇ ਜਦੋਂ ਬੰਦੇ ਦੀ ਮੌਤ ਹੈ, ਉਦੋਂ ਵੀ ਜਪਜੀ ਸਾਹਿਬ। ਅਤੇ ਇੱਕ ਹੋਰ ਬਾਣੀ ਹੈ ਆਨੰਦ ਸਾਹਿਬ, ਉਹ ਵੀ ਬੱਚੇ ਦੇ ਜਨਮ 'ਤੇ ਹੈ, ਉਹ ਵੀ ਮੌਤ 'ਤੇ ਹੀ ਆ। ਆਨੰਦ ਜਨਮ ਤੋਂ ਲੈ ਕੇ ਮੌਤ ਤੱਕ ਗੁਰੂ ਨੇ ਬਣਾ ਦਿੱਤਾ, ਤੈਨੂੰ ਸੁਣਾ ਦਿੱਤਾ। ਅੱਗੋਂ ਤੇਰੀ ਮਰਜ਼ੀ ਹੈ ਉਸ ਆਨੰਦ ਨੂੰ ਤੂੰ ਜੀਵਨ ਵਿੱਚ ਰੱਖਣਾ ਅਤੇ ਬਾਹਰ ਕੱਢਣਾ।
ਹਰ ਬੰਦਾ ਚਾਹੁੰਦਾ ਵੀ ਮੇਰੇ ਜੀਵਨ ਵਿੱਚ ਆਨੰਦ ਹੋਵੇ, ਖੁਸ਼ੀ ਹੋਵੇ, ਖੇੜਾ ਹੋਵੇ। ਅਤੇ ਗੁਰੂ ਨੇ ਕਿਹਾ ਫਿਰ ਜਨਮ ਤੋਂ ਲੈ ਕੇ ਅਖੀਰ ਤੱਕ ਆਨੰਦ ਬਣਿਆ ਰਵੇ। ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਦਿੱਤੀ, ਜੋੜ ਆਨੰਦ ਦੇ ਨਾਲ। ਜੋ ਗੁਰ ਕਹੈ ਸੋ ਕਾਰ ਕਮਾਵੋ। ਗੁਰੂ ਨੇ ਤਾਂ ਆਖਣਾ, ਗੁਰੂ ਦਾ ਕਾਰਜ ਹੈ ਕਹਿਣਾ, ਅੱਗੋਂ ਮੰਨਣਾ ਤੇਰੀ ਗੱਲ ਹੈ। ਕਿਉਂ? ਕਿਉਂਕਿ ਆਨੰਦ ਦੀ ਪ੍ਰਾਪਤੀ ਤੈਨੂੰ ਕਰਨੀ ਹੈ, ਤੈਂ ਕਰਨੀ ਹੈ। ਗੁਰੂ ਦੇ ਕੋਲ ਤਾਂ ਆਨੰਦ ਅਸੀਮ ਹੈ। ਗੁਰੂ ਤਾਂ ਆਨੰਦ ਨੂੰ ਦੇਣ ਵਾਲਾ ਹੈ। ਉਹਨੇ ਮਾਣਿਆ ਉਸ ਆਨੰਦ ਨੂੰ, ਅਤੇ ਸਿੱਖਾਂ ਨੂੰ ਵੀ ਉਹ ਆਨੰਦ ਦੇਣਾ ਚਾਹੁੰਦਾ ਹੈ। ਅਤੇ ਗੁਰੂ ਕੇ ਵਿਰਲੇ ਸਿੱਖ ਨੇ ਜਿਹੜੇ ਗੁਰੂ ਦੇ ਦਿੱਤੇ ਹੋਏ ਆਨੰਦ ਦੇ ਵਿੱਚ ਰਹਿੰਦੇ ਆ, ਆਨੰਦ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ। ਜਿਨ੍ਹਾਂ ਪੜ੍ਹੀ ਨਹੀਂ ਉਹਨਾਂ ਨੂੰ ਆਨੰਦ ਕਿੱਥੋਂ ਆਵੇਗਾ? ਜਿਨ੍ਹਾਂ ਨੇ ਪੜ੍ਹਿਆ ਹੀ ਨਹੀਂ ਹੈ, ਜਿਨ੍ਹਾਂ ਨੇ ਉਸ ਆਨੰਦ ਨੂੰ ਸੁਣਿਆ ਨਹੀਂ, ਮੰਨਿਆ ਨਹੀਂ, ਦੇਖਿਆ ਨਹੀਂ, ਸੁਣਿਆ ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਅੰਦਰ ਦੇ ਤੀਰਥ ਦੇ ਇਸ਼ਨਾਨ ਪਹਿਲਾਂ ਸੁਣ। ਸਤਿਗੁਰੂ ਨੇ ਕਿਹਾ ਵੀ ਤੂੰ ਕਹਿਣਾ ਕੁਝ ਨਹੀਂ ਹੈ, ਤੂੰ ਕੁਝ ਨਹੀਂ ਬੋਲਣਾ, ਤੂੰ ਇੰਨਾ ਸਿਆਣਾ ਨਹੀਂ ਹੈ, ਤੂੰ ਗੁਰੂ ਦੀ ਗੱਲ ਨੂੰ ਸਿਰਫ ਸੁਣਨਾ, ਤੂੰ ਕਹਿਣਾ ਨਹੀਂ ਹੈ। ਅਤੇ ਜੇਕਰ ਤੂੰ ਕਹਿਣ ਦਾ ਯਤਨ ਕਰੇਗਾ ਫਿਰ ਤੂੰ ਸੁਣ ਨਹੀਂ ਸਕੇਗਾ। ਹਉਮੈ ਕਹਿੰਦੀ ਹੈ, ਨਿਮਰਤਾ ਸੁਣਦੀ ਹੈ। ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਆਂ ਕਿਛ ਕਹੀਆ। ਕਹਿਣਾ ਬਾਅਦ ਦੇ ਵਿੱਚ ਹੈ, ਤੂੰ ਕਹਿ ਲਵੀਂ। ਸਤਿਗੁਰੂ ਤੇਰੇ ਕੋਲੋਂ ਅਧਿਕਾਰ ਨਹੀਂ ਖੋਹ ਰਹੇ। ਸਤਿਗੁਰੂ ਕਹਿੰਦੇ ਤੈਨੂੰ ਕਹਿਣ ਦੀ ਇਜਾਜ਼ਤ ਹੈ, ਪਰ ਉਹਦੇ ਤੋਂ ਪਹਿਲਾਂ ਤੂੰ ਸੁਣ ਵੀ ਗੁਰੂ ਕੀ ਕਹਿ ਰਿਹਾ। ਤੂੰ ਸੁਣਿਆ ਨਹੀਂ ਅਤੇ ਆਪਣੀ ਕਹਿ ਰਿਹਾ ਹੈ, ਫਿਰ ਪ੍ਰਾਪਤੀ ਨਹੀਂ ਹੈ। ਤੂੰ ਸਮਝ ਨਹੀਂ ਸਕਦਾ, ਤੂੰ ਆਪਣੀ ਗੱਲ ਕਹੀ ਜਾ ਰਿਹਾ ਹੈ, ਦੂਜੇ ਦੀ ਤਾਂ ਸੁਣ ਨਹੀਂ ਰਿਹਾ। ਪਹਿਲਾਂ ਸੁਣਨ ਦੀ ਸਮਰੱਥਾ, ਸੁਣਨ ਦੀ ਤਾਕਤ, ਹੌਸਲਾ ਜਿਹੜਾ ਉਸ ਨੂੰ ਆਪਣੇ ਮਨ ਦੇ ਵਿੱਚ ਲਿਆਉਣਾ ਕਰ, ਉਹ ਲਿਆਉਣਾ ਕਰ। ਗੁਰੂ ਕਹਿੰਦਾ ਪਹਿਲਾਂ ਸੁਣ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ। ਸੁਣਿਆ ਦੁੱਖ ਪਾਪ ਕਾ ਹੋ ਜਾਵੇਗਾ, ਪਰ ਉਹਦੇ ਵਾਸਤੇ ਤੈਨੂੰ ਸੁਣਨਾ ਪਵੇਗਾ। ਤੂੰ ਕਹਿਣਾ ਕੁਝ ਨਹੀਂ ਹੈ। ਗੁਰੂ ਤਾਂ ਅੰਤਰਜਾਮੀ ਆ, ਗੁਰੂ ਤੇਰੇ ਦਿਲ ਦੀ ਜਾਣਦਾ। ਕਿਆ ਹੈ ਉਹਦੇ ਅੱਗੇ ਜਿਹੜਾ ਜਾਣਦਾ ਨਹੀਂ ਹੈ? ਉਹ ਤਾਂ ਅੰਤਰਜਾਮੀ ਹੈ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਉਹ ਤਾਂ ਸਦ ਸੁਣਦਾ, ਸਦ ਵੇਖਦਾ। ਉਹ ਤਾਂ ਤੈਨੂੰ ਸੁਣ ਰਿਹਾ ਹੈ, ਉਹ ਤਾਂ ਤੈਨੂੰ ਦੇਖ ਰਿਹਾ ਹੈ। ਤੂੰ ਸਿਰਫ ਗੁਰੂ ਘਰ ਆਣ ਕੇ ਗੁਰੂ ਕੀ ਬਾਣੀ ਨੂੰ ਸੁਣ। ਗਾਵੋ ਸੱਚੀ ਬਾਣੀ ਗਾ। ਤੂੰ ਕਹਿਣਾ ਕੁਝ ਨਹੀਂ ਹੈ। ਆਪਣੇ ਮਨ ਦੀ ਗੱਲ, ਜੋ ਦੁਨਿਆਵੀ ਗੱਲਾਂ ਨੇ, ਉਹ ਨਹੀਂ ਕਹਿਣੀਆਂ। ਤੂੰ ਸਿਰਫ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਤੂੰ ਉਹਦੇ ਹੁਕਮ ਦੇ ਵਿੱਚ ਰਹਿਣਾ, ਉਹਦੀ ਰਜ਼ਾ ਦੇ ਵਿੱਚ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ, ਤੂੰ ਚੱਲਣਾ ਹੈ ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ। ਉਹਦੀ ਰਜ਼ਾ ਨੂੰ ਸਮਝਣਾ ਹੈ, ਪਰ ਇਹ ਵੀ ਗੁਰੂ ਦੀ ਕਿਰਪਾ ਹੋਵੇ ਫਿਰ ਉਹਦੀ ਰਜ਼ਾ, ਉਹਦੇ ਹੁਕਮ ਨੂੰ ਸਮਝਿਆ ਜਾ ਸਕਦਾ ਹੈ। ਨਾਨਕ ਹੁਕਮ ਹੈ ਜੇ ਬੁੱਝਾ। ਅਤੇ ਬੁੱਝਣ ਦੇ ਵਾਸਤੇ ਸਤਿਗੁਰੂ ਨੇ ਕੀ ਕਿਹਾ? ਇੱਕ ਤਰੀਕਾ, ਗੁਰਾ ਇੱਕ ਦੇ ਬੁਝਾਈ। ਇਹ ਵੀ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਹੁਕਮ ਨੂੰ ਬੁੱਝਣਾ, ਸਮਝਣਾ। ਸਤਿਗੁਰੂ ਕਹਿੰਦੇ ਵੀ ਮਾਲਕ ਦੀ ਕਿਰਪਾ ਹੋਵੇ, ਉਹਦੇ ਕੋਲੋਂ ਹੁਕਮ ਮੰਗ, ਉਹਦੇ ਕੋਲੋਂ ਮੱਤ ਮੰਗ। ਇਹ ਕਿਸੇ ਬੰਦੇ ਦੇ ਦੁਆਰਾ ਤੈਨੂੰ ਮੱਤ ਨਹੀਂ ਮਿਲਣੀ। ਇਹ ਬੰਦਾ ਮੱਤ ਨਹੀਂ ਦੇ ਸਕਦਾ। ਇਹ ਗੁਰੂ ਦੀ ਮੱਤ ਹੈ। ਅਤੇ ਗੁਰੂ ਦੀ ਮੱਤ ਜਿਹੜੀ ਹੈ ਨਿਸ਼ਕਾਮ ਹੈ, ਹਉਮੈ ਰਹਿਤ ਹੈ। ਅਤੇ ਬੰਦੇ ਦੀ ਮੱਤ ਹਉਮੈ ਨਾਲ ਭਰੀ ਹੈ, ਈਰਖਾ ਦੇ ਨਾਲ, ਨਿੰਦਿਆ ਦੇ ਨਾਲ, ਚੁਗਲੀ ਦੇ ਨਾਲ। ਇਹਦੇ ਅੰਦਰੋਂ ਇਹ ਨਿਕਲਣਾ ਹੈ। ਪਰ ਸ਼ਬਦ ਦੇ ਵਿੱਚੋਂ ਸੇਵਾ ਸਿਮਰਨ ਨਿਕਲਣੀ ਹੈ। ਇਹਦੇ ਵਿੱਚੋਂ ਬਾਣੀ ਤੇ ਬਾਣਾ, ਇਹ ਐਸਾ ਰਸ ਸਤਿਗੁਰੂ ਕਹਿੰਦੇ ਇਸ ਸ਼ਬਦ ਦੇ ਵਿੱਚੋਂ, ਸੇਵਾ ਦੇ ਵਿੱਚੋਂ, ਸਿਮਰਨ ਦੇ ਵਿੱਚੋਂ ਨਿਕਲੇਗਾ। ਦੁਨਿਆਵੀ ਰਸ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਤੂੰ ਦੁਨਿਆਵੀ ਰਸਾਂ ਨੂੰ ਛੱਡ ਦੇਵੇਂਗਾ, ਤੂੰ ਰਾਤ ਉੱਠ ਭੱਜਦਾ ਨਾ,
कई बार किसी रस की भुख होवे, सतगुरु ने कहा भुखियां भुख ना उतरी, गल्ली भुख ना जाए। गल्लां करनियां ये भी बड़ी तगड़ी भुख है, बंदा नहीं रजदा। देखो बंदा कहे भी मैं गल्लां कर कर रज गया, हो ही नहीं सकता। सारी उम्र बंदा गल्लां ही करी जाता, कई यार पूरी रात ही करता रहिंदा। जेकर कहे भी 10 मिनट बह के वाहिगुरू जपजी साहिब की बाणी पढ़ ला, सोधर की बाणी पढ़ ला, आंदा मैं थक गया। सतगुरु को कहते ये दशा मनमुख बंदे दी है, साकत बंदे दी है, जिहड़े रब नाल टुटे हुए आ। दुनिया दे रस, दुनिया दे रंग तमाशे, दुनियावी गल्लां करदा, ये कदी नहीं थकदा, ये कदी नहीं अकदा, सारी रात जागदा, कई रातां जागदा रहिंदा। पर शब्द दे वास्ते, सिमरन दे वास्ते, सेवा दे वास्ते गुरु किरपा करे, जागना जागण नीका, हर कीर्तन मैं जागना। सतगुरु कहंदे जागना ते उस मालक दी कीर्ति विच जाग। तेरा समा जिहड़ा ये सफल होवे, तू समय नूं सफल करना, तू बतीत करन वास्ते नहीं आया, तू लंघाउण दे वास्ते नहीं आया। आ पशु पंछी जिहड़े आ ये लंघाउंदे आ समय नूं, ये बतीत करदे आ 84 लाख दे विच। तू इन्हां वर्गा ना बन। तैनूं मालक ने बलहारी गुर अपने दिओहाड़ी सदवार, जिन मानस ते देवते कीए। तू मनुख तो देवता बनने दे वास्ते आया, शैतान बन के ना चला जावीं। तू शैतान वास्ते बनने वास्ते नहीं आया। तैनूं मालिक ने किरपा करके मनुखा जन्म दिता, मनुखा देही दिती, इहदे विच नाम जप जप के सतगुरु कहंदे तू देवता बन। जिन मानस दे देवते कीए, ते देवता दुनिया ने नहीं बनाउणा। दुनिया दे विच शैतान बन जावेगा, तैनूं शैतान बना देवेगी दुनिया। मालिक ही है, गुरु ही है, जिहड़ा तैनूं देवता बना सकदा, बना देवेगी। जिन मानस ते देवते कीए, करत ना लागी वार। समा नहीं लाउंदा, पर उस समय नूं तू गुरु दे कोल तां आके बिठावना कर। जिहड़ा समा तैनूं मिलिया है, वक्त विचारे सो बंदा होए। सतगुरु कहंदे आ जिहड़ा मनुखा जन्म दा समा है, बहुत लंबे समय बाद तैनूं मिलिया, इनू एवें अजाई ना गवा, इनू गुरु कोल बिठावना कर। ये जिहड़ा मन ना, सतगुरु दे शरीर चोला दा तैनूं मनुख वाला मिल गया, पर जिहड़ा मन मैं पता नहीं किन्नियां शरीरां दे विचों, पशुआं पंछियां विचों लंघिया, मन उही है। मन दा स्वरूप नहीं बदलिया, तन दा स्वरूप बदलिया है। ये मन बहुत पुराना है, इहदियां आदतां, इहदा सुभाਅ बहुत पुराना है, पशुआं वालियां, पंछियां वालियां, जानवरां वालियां। मन उही है। जन्म जन्म की इस मन को मल लागी, ये बहुत पुराना मन है। इस जन्म दे विच इनू मैल नाल उतार दे, इहदे तो मैल ला दे, नहीं तो मुड़ नहीं लथनी। भरीआ मत पापां कै संग, ओह धुप है। शब्द विच इन्नी ताकत है, शब्द विच इन्नी समर्था है। सतगुरु कहंदे जिहड़ियां बिरतियां ने पशुआं वालियां, पंछियां वाली शैतानी बिरतियां, पता नहीं किन्ने जन्म लंघ गए इस मन दे उत्ते। मैल चढ़ी नूं ये मनुखा जन्म मिलिया, इहदे विच ला दे, इहदे विच लथनी है। वो भी शब्द दे राहीं, शब्द दे राहीं। जन्म जन्म की इस मन को मल लागी, काला हुआ स्याह। ये इन्नी गूढ़ी स्याही हो चुकी है, तू जिन्ना मर्जी पानी नाल धोई जा, धोई जा, ये कालख जिहड़ी उतरनी नहीं है, ये होर चढ़ी जानी है। सिर्फ गुरु दा शब्द ही है। जपजी साहिब दे अंदर धन गुरु नानक महाराज जी कह रहे ने, भरीआ हथ पैर तन दे, पानी धोता उतर सखे। ये शरीरक क्रिया है, ये शरीर दी मैल है। मूत पलीती कपड़ होए, दे साबून लईआ ओह धोए। भरीआ मत, ये मन दी क्रिया। पहला शरीर दी क्रिया मनुख करदा है, पर मन की क्रिया मनुख नहीं कर सकता। मन की क्रिया सिर्फ शब्द के राही ही हो सकती है। भरीआ मत पापां कै संग,
ਉਹ ਧੋਪੈ ਨਾਵੇਂ ਕੈ ਰੰਗ। ਨਾਮ ਦੇ ਸਾਬਣ ਦੇ ਰਾਹੀਂ, ਨਾਮ ਦੇ ਰੰਗ ਦੇ ਰਾਹੀਂ ਹੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਇਹ ਬਿਰਤੀ, ਇਹ ਸੁਭਾਅ ਭੈੜੀਆਂ ਆਦਤਾਂ ਵਾਲਾ ਇਹ ਉਤਰ ਸਕਦਾ ਹੈ, ਇਹ ਦੂਰ ਹੋ ਸਕਦਾ ਹੈ, ਉੱਦਾਂ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਆਓ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਸਮੇਂ ਵਿੱਚ ਰਹਿ ਕੇ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਦੇ ਵਿਚਾਰ ਨਾਲ ਜੁੜਨਾ ਕਰੀਏ। ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੁਬਾਰਾ ਆਗਿਆ ਲਈਏ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1053 ਉੱਪਰ ਸੁਭਾਏਵਾਨ ਅੱਜ ਦਾ ਪਾਵਨ ਸ਼ਬਦ ਰਾਗ ਮਾਰੂ ਹੈ। ਰਾਗ ਮਾਰੂ, ਮਾਰੂ ਸੋਹਲੇ 16 ਪਦਿਆਂ ਦਾ ਇਹ ਸ਼ਬਦ ਹੈ। 14 ਪਦਿਆਂ ਤੱਕ ਆਪ ਜੀਆਂ ਨੇ ਸਰਵਣ ਕੀਤੇ ਨੇ। ਅਗਲੇ 2 ਜਿਹੜੇ ਪਦੇ ਨੇ ਆਪ ਜੀ ਨੇ ਸਰਵਣ ਕੀਤੇ। 2 ਪਦਿਆਂ ਦੀ ਵਿਚਾਰ ਨੂੰ ਆਪਾਂ ਸਰਵਣ ਕਰੀਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸ਼ਬਦ ਹੈ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿਮਰਤ ਦੀ ਗੱਲ ਕੀਤੀ ਹੈ। ਸਿਮਰਤੀਆਂ ਦੀ, ਸ਼ਾਸਤਰਾਂ ਦੀ, ਹਿੰਦੂ ਧਰਮ ਦੇ ਵਿੱਚ, ਮੱਤ ਦੇ ਵਿੱਚ ਸਿਮਰਤੀਆਂ ਸ਼ਾਸਤਰ ਨੇ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਵੀ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ। ਜਿਹੜਾ ਤੱਤ ਹੈ, ਜੋ ਸਾਰ ਹੈ, ਜੋ ਸਿਧਾਂਤ ਹੈ, ਜੋ ਉਦੇਸ਼ ਹੈ, ਸਤਿਗੁਰੂ ਕਹਿੰਦੇ ਵੀ ਸਿਮਰਤੀਆਂ ਸ਼ਾਸਤਰ ਜਿੰਨੇ ਵੀ ਨੇ ਹਿੰਦੂ ਮੱਤ ਦੇ ਵਿੱਚ ਸਾਰੇ ਕਰਮ ਕਾਂਡਾਂ ਨਾਲ ਭਰੇ ਆ। ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਸਿਮਰਤੀਆਂ ਨੇ, ਸ਼ਾਸਤਰ ਨੇ, ਜਿਹੜੇ ਸਾਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਉਹਨਾਂ ਦੇ ਵਿੱਚ ਕਰਮ ਕਾਂਡਾਂ ਦੀ ਗੱਲ ਹੈ। ਅਤੇ ਜਿਹੜੇ ਉਹਨਾਂ ਸ਼ਾਸਤਰਾਂ ਨੂੰ, ਸਿਮਰਤੀਆਂ ਨੂੰ ਮੰਨਣ ਵਾਲੇ ਨੇ, ਗ੍ਰੰਥਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਸਤਿਗੁਰੂ ਕਹਿੰਦੇ ਨੇ ਉਹ ਵੀ ਕਰਮਕਾਂਡੀ ਕਰ ਰਹੇ ਆ। ਬਹੁਤ ਵਿਸਥਾਰਾ ਸਤਿਗੁਰੂ ਕਹਿੰਦੇ ਵੀ ਇੰਨਾ ਖਲਾਰਾ ਏ, ਇੰਨਾ ਖਲਾਰਾ ਹੈ ਕਰਮਕਾਂਡਾਂ ਤਾਂ ਸੋਮਵਾਰ ਦਾ, ਮੰਗਲਵਾਰ ਦਾ, ਹਰ ਦਿਨ ਦਾ ਕਰਮਕਾਂਡ ਹੈ। ਸੋਮਵਾਰ ਕੀ ਕਰਨਾ, ਮੰਗਲਵਾਰ ਕੀ, ਬੁੱਧਵਾਰ ਚੰਗਾ ਕਿ ਮਾੜਾ, ਮੰਗਲ ਸ਼ਨੀ ਚੰਗਾ ਕਿ ਮਾੜਾ, ਸਾਰੇ ਕੰਮ ਜਿਹੜੇ ਸਤਿਗੁਰੂ ਕਹਿੰਦੇ ਨੇ ਇਹਨਾਂ ਸਿਮਰਤੀਆਂ ਦੇ ਸ਼ਾਸਤਰਾਂ ਦੇ ਅਨੁਸਾਰ ਮਨੁੱਖ ਕਰਦਾ। ਖਲਾਰਾ ਇਹਨਾਂ ਪਾਲਿਆ ਏ, ਪਤਾ ਹੀ ਨਹੀਂ ਲੱਗਦਾ। ਜਿਹੜੀ ਤੱਤ ਵਾਲੀ ਗੱਲ ਹੈ, ਜਿਹੜੀ ਵਿਚਾਰ ਵਾਲੀ ਗੱਲ ਹੈ, ਉੱਥੋਂ ਤੱਕ ਤਾਂ ਮਨੁੱਖ ਆ ਹੀ ਨਹੀਂ ਰਿਹਾ, ਉਹਨੂੰ ਸਮਝਣ ਦਾ ਤਾਂ ਯਤਨ ਨਹੀਂ ਕਰ ਰਿਹਾ। ਬਹੁਤ ਸ਼ਾਸਤਰ, ਬਹੁਤ ਸਿਮਰਤੀ, ਪੇਖੇ ਸਰਬ ਢੰਡੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮੈਂ ਸਾਰੀਆਂ ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ ਪੜ੍ਹ ਕੇ ਦੇਖ ਲਿਆ, ਪਰ ਮੈਨੂੰ ਉਹ ਗੱਲ ਲੱਭੀ ਨਹੀਂ। ਢੰਡੋੜ ਲਿਆ, ਮੈਂ ਪੜ੍ਹ ਲਿਆ, ਮੈਂ ਦੇਖ ਲਿਆ, ਮੈਂ ਪੜਚੋੜ ਲਿਆ। ਬਹੁਤ ਸ਼ਾਸਤਰ, ਬਹੁਤ ਸਿਮਰਤੀ, ਜਿਹੜੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਨੇ ਉਹਦੇ ਵਿੱਚ ਇਹ ਸਲੋਕ ਹੈ, ਬਹੁਤ ਸ਼ਾਸਤਰ, ਬਹੁਤ ਸਿਮਰਤੀ, ਪੇਖੇ ਮੈਂ ਦੇਖ ਲਏ, ਸਰਬ ਢੰਡੋਲ ਸਾਰਿਆਂ ਨੂੰ ਮੈਂ ਦੇਖ ਲਿਆ ਪੜ੍ਹ ਕੇ, ਇਕੱਲਾ ਵੇਖਿਆ ਨਹੀਂ, ਮੈਂ ਪੜ੍ਹ ਕੇ ਢੰਡੋਲ ਕੇ ਚੰਗੀ ਤਰ੍ਹਾਂ ਵਿਚਾਰ ਕਰਕੇ ਦੇਖ ਲਿਆ। ਪੂਜ ਸਨਾਹੀ ਹਰ ਹਰੇ, ਪਰ ਜਿਹੜੀ ਨਾਮ ਦੀ ਗੱਲ ਹੈ, ਜਿਹੜੀ ਨਾਮ ਦੀ ਪੂਜਾ ਹੈ, ਪੂਜਾ ਕੀਚਾ ਨਾਮ ਤੇ ਆਈ ਹੈ, ਬਿਨ ਨਾਮ ਹੈ ਪੂਜ ਨਾ ਹੋਏ।
ਜਿਹੜੀ ਬੰਦਗੀ ਦੀ ਗੱਲ ਹੈ, ਜਿਹੜੇ ਪਰਮਾਤਮਾ ਦੀ ਨਾਮ ਦੀ ਗੱਲ ਹੈ, ਉਸ ਵੱਲ ਤਾਂ ਮਨੁੱਖ ਆ ਹੀ ਨਹੀਂ ਰਿਹਾ। ਬਸ ਦੁਨੀਆ ਦੇ ਕਰਮ ਕਾਂਡਾਂ ਵੱਲ ਇੱਕ ਦੂਜੇ ਨੂੰ ਦੱਸ ਰਿਹਾ ਹੈ, ਪਾ ਰਿਹਾ, ਸਵੇਰ ਤੋਂ ਸ਼ਾਮਾਂ ਤੱਕ ਕਰਮ ਕਾਂਡ। ਨਾਮ ਦੀ ਤਾਂ ਗੱਲ ਕਿਤੇ ਹੋ ਹੀ ਨਹੀਂ ਰਹੀ, ਰੱਬ ਦੀ ਗੱਲ ਤਾਂ ਕਿਤੇ ਹੋ ਹੀ ਨਹੀਂ ਰਹੀ, ਵਾਹਿਗੁਰੂ ਦੀ ਗੱਲ ਤਾਂ ਕਿਤੇ ਦਿਸ ਨਹੀਂ ਰਹੀ। ਮੈਂ ਵੇਖ ਹੀ ਨਹੀਂ ਰਿਹਾ, ਸਿਰਫ ਕਰਮ ਕਾਂਡ। ਤੀਰਥਾਂ 'ਤੇ ਜਾ ਕੇ ਉੱਥੇ ਵੀ ਕਰਮ ਕਾਂਡ, ਗੁਰਦੁਆਰਿਆਂ ਦੇ ਵਿੱਚ ਵੀ। ਮਾਫ਼ ਕਰਨਾ, ਮਾਵਾਂ ਦੀ ਦਾਲ ਝਾੜੂ ਲਿਆਓ ਲੰਗਰ ਵਾਸਤੇ, ਉੱਦਾਂ ਲਿਆਓ। ਬਸ ਇੱਕ ਦੂਜੇ ਦੇ ਕੇ ਪੀ ਦੇਣਾ, ਸ਼ਨੀ ਉਤਰ ਜਾਂਦਾ, ਮੰਗਲ, ਦੁੱਖ, ਇਹ ਤਾਂ ਉੱਦਾਂ ਸ਼ਬਦ ਨੂੰ ਪੜ੍ਹ ਕੇ ਉਤਰ ਜਾਂਦੇ ਆ। ਸਿੱਖ ਵੀ ਇਸ ਕੰਮ 'ਤੇ ਲੱਗਾ ਹੋਇਆ। ਕਿੱਥੇ ਲਿਖਿਆ ਬਾਣੀ ਵਿੱਚ ਝਾੜੂ ਨਾਲ ਦੁੱਖ ਦੂਰ ਹੁੰਦੇ ਆ, ਫਾਂਡਿਆਂ ਨਾਲ। ਬਸ ਮਗਰ ਲੱਗ ਕੇ ਜਿਹੜੇ ਆਪਣੇ ਆਪ 'ਚ ਬੜੇ ਸਿਆਣੇ, ਪਰ ਗੁਰੂ ਨੂੰ ਆਪਾਂ ਸਿਆਣਾ ਸਮਝਿਆ ਹੀ ਨਹੀਂ। ਗੁਰੂ ਤਾਂ ਸਾਡਾ ਬਹੁਤ ਸਿਆਣਾ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਬਸ ਇੱਕ ਦੂਜੇ ਦੇ ਮਗਰ। ਸਤਿਗੁਰੂ ਕਹਿੰਦੇ ਇਹੋ ਹਾਲ ਮਨੁੱਖ ਦਾ, ਸ਼ਬਦ 'ਤੇ ਭਰੋਸਾ ਨਹੀਂ ਹੈ। ਸ਼ਬਦ ਨਹੀਂ ਪੜ੍ਹਦਾ, ਸੇਵਾ ਨਹੀਂ ਕਰਦਾ। ਝਾੜੂ ਲਿਆ ਕੇ ਕਦੀ ਝਾੜੂ ਵੀ ਲਾ ਲਿਆ ਕਰ। ਦਾਲ ਲਿਆਉਣਾ, ਕਦੀ ਖੁਰਪਾ ਵੀ ਮਾਰ ਲਿਆ ਕਰ ਲੰਗਰ 'ਚ ਜਾ ਕੇ। ਹੋਰ ਵੀ ਬਹੁਤ ਦਾਲਾਂ ਨੇ, ਉਹ ਵੀ ਲਿਆਇਆ ਕਰ। ਮਾਵਾਂ ਦੀ ਕਿਉਂ ਲਿਆਉਣਾ? ਇਹਦੇ ਨਾਲ ਸ਼ਨੀ ਉਤਰਦਾ। ਇੱਕ ਭਰਮ ਬਣਿਆ ਨਾ, ਦੁੱਖ ਰੋਗ ਹੈ। ਸਤਿਗੁਰੂ ਕਹਿੰਦੇ ਸਮਝ ਨਹੀਂ ਹੈ, ਸਮਝ ਨਹੀਂ ਹੈ। ਜੇ ਇਹਨੂੰ ਸਮਝ ਹੁੰਦੀ, ਇਹਦਾ ਭਰੋਸਾ ਗੁਰੂ 'ਤੇ ਹੁੰਦਾ। ਗੁਰੂ ਤੂੰ ਅਰਦਾਸ ਕਰ, ਹਾਂ ਲੰਗਰਾਂ ਵਾਸਤੇ ਉੱਦਾਂ ਰਸਤਾ ਲਈ ਆ, ਪਰ ਉਚੇਚੇ ਤੌਰ 'ਤੇ ਜਿਹੜੀ ਤੂੰ ਮਨ ਦੇ ਵਿੱਚ ਕਰਮ ਕਾਂਡ ਤੇਰੇ ਚੱਲ ਰਿਹਾ, ਬਣਾਈ ਹੋਈ ਆ, ਸਤਿਗੁਰੂ ਕਹਿੰਦੇ ਇਹ ਮੈਨੂੰ ਆਹ ਪ੍ਰਵਾਨ ਨਹੀਂ ਹੈ, ਆਹ ਗੱਲ ਨਹੀਂ ਪ੍ਰਵਾਨ। ਸੇਵਾ ਕਰ ਰੱਜ ਕੇ ਕਰ, ਪਰ ਨਿਸ਼ਕਾਮ ਤੇਰੇ ਮਨ ਦੇ ਵਿੱਚ ਨਹੀਂ ਕੁਝ ਹੋਣਾ ਚਾਹੀਦਾ। ਗੁਰੂ ਸਮਰੱਥ ਹੈ, ਉਹ ਜਾਣਦਾ ਹੈ ਤੇਰੇ ਮਨ ਦੇ, ਉਹ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਅਤੇ ਸ਼ਬਦ ਤੋਂ ਬਿਨਾਂ ਸਤਿਗੁਰੂ ਕਹਿੰਦੇ ਨੇ ਦੁੱਖ ਨਹੀਂ ਦੂਰ ਹੋਣੇ। ਸ਼ਬਦ ਵਿੱਚ ਬੜੀ ਤਾਕਤ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਸ਼ਬਦ ਪੜ੍ਹ, ਨਾਮ ਜਪ, ਵੰਡ ਕੇ ਛਕ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸਤਿਗੁਰੂ ਨੇ ਸ਼ਬਦ ਦਿੱਤਾ ਹੈ ਮਨੁੱਖ ਨੂੰ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਵੀ ਇੰਨਾ ਖਲਾਰਾ ਕਰਮ ਕਾਂਡਾਂ ਤੋਂ, ਸਿਆਣੇ ਬੰਦੇ ਵੀ ਕਰਮ ਕਾਂਡ ਕਰੀ ਜਾ ਰਹੇ ਆ, ਪੜ੍ਹੇ ਲਿਖੇ ਬੰਦੇ ਵੀ। ਤਾਈਓ ਤਾਂ ਸਤਿਗੁਰੂ ਨੇ ਕਿਹਾ ਕਿ ਜਿਹੜਾ ਪੜ੍ਹਿਆ ਹੋਇਆ ਬੰਦਾ ਹੈ, ਪੜ੍ਹਿਆ ਮੂਰਖ ਆਖੀ ਆ। ਕਿਉਂ ਮੂਰਖ ਆਖਿਆ ਪੜ੍ਹੇ ਨੂੰ? ਇਹਦੇ ਕੋਲ ਸਮਝ ਆ, ਇਹਦੇ ਕੋਲ ਡਿਗਰੀਆਂ ਬੜੀਆਂ ਨੇ, ਇਹ ਤਾਂ ਜਾਣਦਾ। ਪਰ ਸਤਿਗੁਰੂ ਕਹਿੰਦੇ ਨੇ ਵੀ ਇਹ ਕਰਮ ਕਾਂਡ ਅੱਗੇ ਹਾਰ ਜਾਂਦਾ। ਅਨਪੜ੍ਹ ਬੰਦਾ ਵੀ ਇਹਦੇ 'ਤੇ ਆਪਣਾ ਕਰਮ ਕਾਂਡ ਰਾਹੀਂ ਪ੍ਰਭਾਵ ਪਾ ਲੈਂਦਾ। ਇਹਦੀ ਪੜ੍ਹਾਈ ਉੱਥੇ ਖਤਮ ਹੋ ਜਾਂਦੀ। ਫਿਰ ਕਾਹਦਾ ਪੜ੍ਹਿਆ ਲਿਖਿਆ? ਸਤਿਗੁਰੂ ਕਹਿੰਦੇ ਇਹ ਮੂਰਖ ਆ। ਤੂੰ ਸਮਝਿਆ ਨਹੀਂ, ਤੂੰ ਸਵੈ ਪੜਚੋਲ ਨਹੀਂ ਕੀਤੀ, ਤੂੰ ਖੋਜਿਆ ਨਹੀਂ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਏ। ਤੂੰ ਖੋਜਿਆ ਨਹੀਂ, ਤੂੰ ਸ਼ਬਦ ਨੂੰ ਸਮਝਿਆ ਨਹੀਂ, ਪੜ੍ਹਿਆ ਨਾ ਹੀ ਭੇਦ ਬੁਝਿਆ ਪਾਵਣਾ। ਬਸ ਲੋਕਾਂ ਦੀਆਂ ਗੱਲਾਂ ਦੇ ਕਹੇ ਅਨੁਸਾਰ ਕਰਮ ਕਾਂਡ ਸਾਰੀ ਉਮਰ ਕਰਦਾ ਰਿਹਾ। ਇੰਨਾ ਵਿਸਥਾਰਾ, ਤੈਨੂੰ ਆਨੰਦ ਹੀ ਕੋਈ ਨਹੀਂ ਆਇਆ। ਤੂੰ ਇਹਨਾਂ ਦੇ ਵਿੱਚ ਹੀ ਆਪਣੀ ਜੀਵਨ ਜਾਚ ਨੂੰ ਨਿਭਾਉਂਦਾ ਰਿਹਾ, ਚੱਲਦਾ ਰਿਹਾ। ਤੂੰ ਉਹ ਆਨੰਦ ਨਹੀਂ ਮਾਣ ਸਕਿਆ ਜਿਸ ਆਨੰਦ ਦੀ ਗੱਲ ਸਤਿਗੁਰੂ ਨੇ ਰੋਜ਼ਾਨਾ ਕੀਤੀ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਤਾਂ ਗੁਰੂ ਦੇ ਕੋਲ ਮਿਲਣਾ ਹੈ, ਸਾਧਨਾ ਦੇ ਰਾਹ ਨਹੀਂ। ਸਿਮਰਤ ਸ਼ਾਸਤਰ ਬਹੁਤ ਵਿਸਥਾਰਾ। ਸਤਿਗੁਰੂ ਕਹਿੰਦੇ ਨੇ ਇੰਨਾ ਤਕੜਾ ਖਲਾਰਾ ਪਾ ਦਿੱਤਾ, ਇਹਦਾ ਸ਼ਬਦ ਤੋਂ ਭਰੋਸਾ ਹੀ ਉੱਠ ਗਿਆ। ਇਹ ਕਰਮ ਕਾਂਡਾਂ ਵੱਲ ਪੈ ਗਿਆ। ਪਹਿਲਾਂ ਮੈਂ ਉਹ ਕਰ ਲਾ, ਆਹ ਕਰ ਲਵਾਂ, ਉਹ ਲੈ ਆਵਾਂ, ਆਹ ਲੈ ਆਵਾਂ। ਇੱਥੇ ਸਿਰਫ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੈ ਗੁਰੂ ਕੀ ਹਜ਼ੂਰੀ ਵਿੱਚ। ਸਤਿਗੁਰੂ ਕਹਿੰਦੇ ਨੇ ਵੀ ਉਹ ਲੈ ਕੇ ਆ। ਗੁਰੂ ਖੁਸ਼ ਹੁੰਦਾ ਹੈ ਦੇਗ 'ਤੇ, ਅਤੇ ਗੁਰੂ ਕਿਸੇ ਖਿਲਾ ਕੇ ਆਉਂਦੇ ਆ। ਕਿਸੇ ਦੇ ਕੋਲੋਂ ਪੁੱਛਣ ਦੀ ਲੋੜ ਨਹੀਂ ਵੀ ਮੈਂ ਲੈ ਕੇ ਜਾਵਾਂ, ਕਿਹੜੇ ਦਿਨ ਲੈ ਕੇ ਜਾਵਾਂ, ਕਿੰਨੇ ਦੀ ਕਰਾਵਾਂ, ਨਹੀਂ।
ਕਿਸੇ ਦੇ ਕੋਲ ਨਹੀਂ। ਇਹ ਗੁਰੂ ਦੀ ਦੇਗ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਕੜਾ ਪ੍ਰਸ਼ਾਦ ਇਹ ਕਿਰਪਾ ਹੈ। ਇਹ ਤਨ ਵਾਸਤੇ ਵੀ ਚੰਗੀ ਹੈ ਅਤੇ ਮਨ ਵਾਸਤੇ ਵੀ। ਇਹਦੇ ਤੇ ਗੁਰੂ ਦੀ ਕਿਰਪਾ। ਇਹ ਗੁਰੂ ਦਾ ਪਦਾਰਥ ਹੈ, ਸੱਚਾ ਤੇ ਸੁੱਚਾ, ਪਵਿੱਤਰ। ਇਹ ਸਿਰਫ ਗੁਰੂ ਘਰੋਂ ਮਿਲਦਾ। ਕੋਈ ਨੂੰ ਬੰਦਾ ਤਿਆਰ ਨਹੀਂ ਕਰ ਸਕਦਾ ਘਰ ਦੇ ਵਿੱਚੋਂ ਵੀ ਮੈਂ ਨਹੀਂ। ਉਹ ਕੜਾਹ ਪ੍ਰਸ਼ਾਦ ਨਹੀਂ ਹੈ। ਇੱਥੇ ਪ੍ਰਵਾਨ ਗੁਰੂ ਕੀ ਹਜ਼ੂਰੀ ਦੇ ਵਿੱਚ ਹੋ ਸਕਦਾ। ਉਹ ਪ੍ਰਸ਼ਾਦ ਨਹੀਂ ਹੈ। ਇੱਥੇ ਪ੍ਰਸ਼ਾਦ ਮਿਲਦਾ ਗੁਰੂ ਦੇ ਕੋਲ। ਇਹਨੂੰ ਪ੍ਰਸ਼ਾਦ ਕਿਹਾ ਸਤਿਗੁਰੂ ਨੇ। ਮਾਇਆ ਮੋਹ ਪਸਰਿਆ ਪਾਸਾਰਾ। ਸਤਿਗੁਰੂ ਨੇ ਕਦੀ ਨਹੀਂ ਕਿਹਾ ਵੀ ਤੂੰ ਮਾਇਆ ਨੂੰ ਛੱਡ। ਗੁਰੂ ਨਹੀਂ ਕਹਿੰਦਾ। ਹਿੰਦੂ ਮੱਤ ਦੇ ਵਿੱਚ, ਬਾਕੀ ਮੱਤਾਂ ਦੇ ਵਿੱਚ ਹੈ ਤੂੰ ਮਾਇਆ ਨੂੰ ਛੱਡ ਕੇ ਪਹਾੜਾਂ ਨੂੰ ਚਲਿਆ ਜਾ, ਪਰਿਵਾਰ ਨੂੰ ਛੱਡ ਕੇ ਚਲਾ ਜਾ, ਪਛਾਗ ਬੱਚੇ ਮਰ ਰੋਂਦੇ ਰਹਿਣ, ਭੀਖ ਮੰਗਣ, ਜੋ ਕੁਝ ਮਰਜ਼ੀ ਹੋਵੇ, ਤੂੰ ਰੱਬ ਦੀ ਪ੍ਰਾਪਤੀ ਕਰਨੀ ਆ, ਤੂੰ ਘਰ ਛੱਡ ਦੇ, ਧਨ ਛੱਡ ਦੇ, ਦੇ ਦੇ। ਤੇ ਦਿੱਤਾ ਵੀ ਬੜਿਆ ਜਾਣਿਆਂ ਨੇ ਪਰ ਮਿਲਿਆ ਕੁਝ ਨਹੀਂ। ਪਰ ਸਾਡੇ ਗੁਰੂ ਨੇ ਕਿਹਾ ਵੀ ਨਹੀਂ, ਨਾ ਪਰਿਵਾਰ ਛੱਡਣਾ, ਨਾ ਧਨ ਛੱਡਣਾ, ਬਸ ਮੋਹ ਛੱਡ ਦੇ, ਬਸ ਮੋਹ ਛੱਡ। ਵਿੱਚ ਦੁਨੀਆ ਸੇਵ ਕਮਾਈ ਹੈ, ਦੁਨੀਆ ਨੂੰ ਨਹੀਂ ਛੱਡਣਾ। ਦੁਨੀਆ ਦੇ ਵਿੱਚ ਹੀ ਪਰਮਾਤਮਾ ਹੈ, ਤੇਰੇ ਅੰਦਰ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ। ਸਾਰਾ ਕੁਝ ਗੁਰੂ ਨੇ ਘਰ ਦੇ ਵਿੱਚ ਹੀ ਲਿਆ ਕੇ ਰੱਖ ਦਿੱਤਾ। ਸਿੱਖਾ ਫਿਰ ਵੀ ਤੂੰ ਬਾਹਰ ਕਦੀ ਕਿੱਧਰ ਕਦੀ ਕਿੱਧਰ। ਤੇਰਾ ਭਰੋਸਾ ਹੀ ਨਹੀਂ ਅਜੇ ਗੁਰੂ ਦੇ। ਕਦੀ ਕਿਸੇ ਨੂੰ ਪੁੱਛਦਾ, ਕਦੀ ਕਿਸੇ ਨੂੰ। ਤੂੰ ਇਕੱਲਾ ਗੁਰੂ ਦੇ ਕੋਲੋਂ ਪੁੱਛ। ਗੁਰੂ ਸਮਰੱਥ ਬੜਾ, ਗੁਰੂ ਦੱਸ ਦੇਵੇਗਾ, ਪਰ ਪੁੱਛਦਾ ਹੀ ਨਹੀਂ ਹੈ। ਤੂੰ ਗੁਰੂ ਦੇ ਕੋਲ ਆੜ ਕੇ ਬੈਠ। ਜਾਗਤ ਜੋਤ ਹੈ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਾਗਤ ਜੋਤ ਨੇ। ਇਹ ਜੋਤ ਨਹੀਂ ਖਤਮ ਹੁੰਦੀ, ਇਹਨੂੰ ਕੋਈ ਬੁਝਾ ਨਹੀਂ ਸਕਦਾ। ਇਹ ਸ਼ੁਰੂ ਤੋਂ ਜਗੀ ਹੈ, ਅਖੀਰ ਤੱਕ ਜਗੀ ਰਹੇਗੀ। ਇਹ ਜਾਗਤ ਜੋਤ ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਇਹਦੇ ਲੜ ਲਾਇਆ ਸਿੱਖਾਂ ਨੂੰ। ਮਾਇਆ ਮੋਹ ਪਸਰਿਆ ਪਾਸਾਰਾ। ਸਤਿਗੁਰੂ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਇੰਨਾ ਕਰਮ ਕਾਂਡ ਦਾ ਵਿਸਥਾਰਾ, ਇੰਨਾ ਮਾਇਆ ਮੋਹ, ਮਨੁੱਖ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਪਸਰਿਆ ਪਸਾਰਾ। ਆ ਜਿੰਨਾ ਵੀ ਸੰਸਾਰ ਦਾ ਪਸਾਰਾ ਹੈ, ਇਹ ਸਾਰਾ ਮਾਇਆ ਦੇ ਵਿੱਚ ਹੀ ਹੈ। ਸਤਿਗੁਰੂ ਕਹਿੰਦੇ ਨੇ ਵੀ ਮਾਇਆ ਨਾਲ ਮੋਹ ਨਾ ਪਾ, ਮਾਇਆ ਗੁਜਰਾਨ ਹੈ। ਮੋਹ ਪਾਏਗਾ, ਸਤਿਗੁਰੂ ਨੇ ਕਿਹਾ ਲੱਭ ਕੁੱਤਾ ਕੁੱਤਾ ਬਣੇਗਾ। ਜਿੱਦਾਂ ਹਲਕਿਆ ਕੁੱਤਾ ਮਾਲਕ ਨੂੰ ਵੀ ਵੱਢ ਦਿੰਦਾ। ਮਾਇਆ ਦਾ ਇਹੋ ਹਿਸਾਬ ਹੈ, ਜਦੋਂ ਮਾਇਆ ਦਾ ਮੋਹ ਤੇਰੇ 'ਤੇ ਪੈ ਗਿਆ, ਤੂੰ ਭਾਈ ਨੂੰ ਵੀ ਵੱਢ ਦੇਣਾ, ਉਹਨੂੰ ਵੀ ਮਾਰ ਦੇਣਾ, ਪਿਓ ਨੂੰ ਵੀ ਮਾਰ ਦੇਣਾ, ਭੈਣ ਨੂੰ ਵੀ। ਜਦੋਂ ਮਾਇਆ ਦਾ ਮੋਹ, ਜ਼ਮੀਨਾਂ ਜਾਇਦਾਦਾਂ ਦਾ ਮੋਹ ਤੇਰੇ ਉੱਤੇ ਪੈ ਗਿਆ, ਸਤਿਗੁਰੂ ਕਹਿੰਦੇ ਰੁਪਏ ਸੱਪ ਵਾਲੀ ਬਿਰਤੀ, ਕੁੱਤੇ ਵਾਲੀ ਬਿਰਤੀ। ਜਦੋਂ ਕੁੱਤਾ ਹਲਕ ਜਾਂਦਾ ਫਿਰ ਮਾਲਕ ਨੂੰ ਵੱਢ ਦਿੰਦਾ, ਮਾਲਕ ਨੂੰ ਮਾਰ ਦਿੰਦਾ। ਸਤਿਗੁਰੂ ਕਹਿੰਦੇ ਮਾਇਆ ਕਮਾ, ਮੈਂ ਨਹੀਂ ਤੈਨੂੰ ਰੋਕਦਾ, ਪਰ ਸਹੀ ਤਰੀਕੇ ਦੇ ਨਾਲ। ਇਹਦਾ ਨਾਲ ਮੋਹ ਨਾ ਪਾ। ਜਿੱਦਣ ਤੂੰ ਮੋਹ ਪਾ ਲਿਆ, ਤੂੰ ਬੇਈਮਾਨੀ ਕਰੇਗਾ, ਤੂੰ ਧੱਕਾ ਕਰੇਗਾ, ਦੂਜੇ ਨਾਲ ਝੂਠ ਬੋਲੇਗਾ, ਉਹ ਪ੍ਰਵਾਨ ਨਹੀਂ ਹੈ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ। ਮੈਂ ਤੇਰੀ ਹਾਮਾ, ਤੇਰੀ ਗਵਾਹੀ ਤਾਂ ਭਰਾਂਗਾ ਜੇਕਰ ਤੂੰ ਮੇਰੇ ਕਹੇ ਅਨੁਸਾਰ ਚੱਲੇ। ਉੱਦਾਂ ਨਹੀਂ। ਗੁਰੂ ਪਰੇ ਹੋ ਗਿਆ ਵੀ ਨਾ ਭਾਈ, ਜੇ ਆਹ ਗੱਲਾਂ ਪ੍ਰਵਾਨ ਨੇ, ਆ ਤੇਰੇ ਕੋਲ ਹੈ, ਤੂੰ ਕਰੇਗਾ ਤਾਂ ਮੈਂ ਤੇਰੇ ਨਾਲ ਹਾਂ। ਜੇਕਰ ਨਹੀਂ ਹੈ, ਫਿਰ ਮੈਂ ਤੇਰੀ ਗਵਾਹੀ ਨਹੀਂ ਭਰਾਂਗਾ, ਤੇਰੀ ਹਾਮੀ ਨਹੀਂ ਭਰਾਂਗਾ। ਮਾਇਆ ਮੋਹ ਪਸਰਿਆ ਪਾਸਾਰਾ। ਮੂਰਖ ਪੜ੍ਹੈ ਸ਼ਬਦ ਨਾ ਬੂਝੈ। ਸਤਿਗੁਰੂ ਕਹਿੰਦੇ ਨੇ ਮੂਰਖ ਨੇ ਜਿਹੜੇ ਸਿਰਫ ਪੜ੍ਹਦੇ ਆ, ਸ਼ਬਦ ਨਾ ਬੂਝਾ, ਜਿਹੜੇ ਸ਼ਬਦ ਨੂੰ ਸਮਝਦੇ ਨਹੀਂ ਆ, ਜਿਹੜੇ ਬੁੱਝਦੇ ਨਹੀਂ ਆ ਵੀ ਗੁਰੂ ਕੀ ਕਹਿ ਰਿਹਾ। ਜੋ ਗੁਰ ਕਹੈ ਸੋ ਕਾਰ ਕਮਾਵੋ, ਕਾਹੇ ਮਨ ਕੀ ਕਰਨੀ ਧਾਵੋ। ਮਨ ਦੀਆਂ ਗੱਲਾਂ, ਮਨ ਦੀਆਂ ਮੱਤਾਂ ਮਗਰ ਕਿਉਂ ਲੱਗਦਾ ਹੈ? ਗੁਰੂ ਦੀ ਮੱਤ ਜਿਹੜੀ ਆ, ਗੁਰੂ ਕੀ ਮੱਤ ਤੂੰ ਲੈ। ਇਹ ਆਨੇ ਗੁਰੂ ਦੀ ਮੱਤ ਨੂੰ ਲੈਣਾ ਕਰ, ਭਗਤ ਬਿਨਾ ਬੋ ਡੂਬੇ ਸਿਆਣੇ। ਜਿਨ੍ਹਾਂ ਨੂੰ ਤੂੰ ਕਹਿੰਦਾ ਸਿਆਣਾ ਮੈਂ ਇਹਦੀ ਮੱਤ ਲੈ ਲਵਾਂ, ਸਤਿਗੁਰੂ ਕਹਿੰਦੇ ਇਹ ਤਾਂ ਡੁੱਬਿਆ, ਤੈਨੂੰ ਵੀ ਡੋਬ ਦੇਵੇਗਾ। ਤੂੰ ਉਹਦੀਆਂ ਕੋਠੀਆਂ ਕਾਰਾਂ ਵੱਲ ਦੇਖ ਕੇ, ਜ਼ਮੀਨਾਂ ਜਾਇਦਾਦਾਂ ਵੱਲ ਵੇਖ ਕੇ ਭੱਜਦਾ ਹੈ ਬੜਾ ਸਿਆਣਾ। ਮੈਂ ਇਹਦੇ ਕੋਲ ਪੁੱਛਾਂਦਾ ਸੀ ਵੀ ਕਿੱਦਾਂ ਕਮਾਇਆ, ਉਹ ਦੱਸੇਗਾ ਤੈਨੂੰ ਆਹ ਤਰੀਕਾ ਹੈ 2 ਨੰਬਰ ਦਾ।
ਟੁੱਟ ਜਾਵੇਂਗਾ। ਸਤਿਗੁਰੂ ਕਹਿੰਦੇ ਮੱਤ ਲੈਣੀ ਪੁੱਛਣਾ ਗੁਰੂ ਦੇ ਕੋਲ ਆ, ਗੁਰ ਕੀ ਮੱਤ ਤੂੰ ਲੈ। ਇਹ ਆਨੇ ਤੂੰ ਅਣਜਾਣ ਹੈ, ਤੈਨੂੰ ਕੁਝ ਨਹੀਂ ਪਤਾ। ਗੁਰੂ ਦੇ ਕੋਲ ਆਣ ਕੇ ਮੱਤ ਲੈ, ਗੁਰੂ ਤੈਨੂੰ ਸੋਹਣੀ ਮੱਤ ਦੇਵੇਗਾ, ਤੇਰਾ ਸੋਹਣਾ ਜੀਵਨ ਜਾਚ ਬਣਾਵੇਗਾ। ਗੁਰੂ ਤੈਨੂੰ ਠੇਡਾ ਨਹੀਂ ਲੱਗਣ ਦੇਵੇਗਾ, ਗੁਰੂ ਤੈਨੂੰ ਹਾਨੀ ਨਹੀਂ ਪਹੁੰਚਾਵੇਗਾ। ਗੁਰੂ ਤੇਰੀ ਕਾਰ ਨੂੰ ਸੋਹਣਾ ਕਰੇਗਾ, ਤੇਰੇ ਕੰਮ ਨੂੰ। ਜਿਹੜੀ ਇੱਥੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਅੱਗੇ ਵੀ ਕੰਮ। ਪਰ ਮਨੁੱਖ ਕਹਿੰਦੇ ਨੇ ਵੀ ਇਹਦਾ ਭਾਂਡਾ ਇੰਨਾ ਵੱਡਾ ਏ, ਇੰਨਾ ਭੁੱਖਾ ਏ, ਇਹ ਰੱਜਦਾ ਹੀ ਨਹੀਂ ਆ। ਇਹ ਕਹਿੰਦਾ ਜੇ ਮੈਂ ਗੁਰੂ ਦੇ ਕੋਲ ਚਲਾ ਗਿਆ ਸ਼ਾਇਦ ਗੁਰੂ ਭੁੱਖਾ ਮਾਰ ਦੇਵੇਗਾ, ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ। ਮੈਨੂੰ ਤਾਂ ਦੁਨੀਆ ਦੇ ਸੁੱਖ ਚਾਹੀਦੇ, ਚਾਹੇ ਕਿਸੇ ਤਰੀਕੇ ਨਾਲ ਆਉਣ, ਚਾਹੇ ਕਿਸੇ ਤਰੀਕੇ ਦੇ ਨਾਲ। ਪਰ ਜਿਹੜੇ ਗੁਰੂ ਕੇ ਸਿੱਖ ਹੈ, ਉਹਨਾਂ ਦਾ ਭਰੋਸਾ, ਉਹਨਾਂ ਦਾ ਅਕੀਦਾ ਸਿਰਫ ਗੁਰੂ ਦੇ ਕੋਲ ਹੈ। ਉਹ ਗੁਰੂ ਦੇ ਉੱਤੇ ਰੱਖਦੇ ਆ ਅਤੇ ਗੁਰੂ ਦੇ ਕੋਲੋਂ ਪੁੱਛਦੇ ਆ। ਕੀਤਾ ਲੋੜੀਆ ਕੰਮ ਸੋ ਹਰਿ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਗੁਰੂ ਗਵਾਹੀ ਭਰਦਾ। ਮਾਇਆ ਮੋਹ ਪਸਰਿਆ ਪਸਾਰਾ, ਮੂਰਖ ਪੜ੍ਹੈ ਸ਼ਬਦ ਨਾ ਬੂਝੈ। ਸ਼ਬਦ ਨੂੰ ਪੁੱਛਦੇ ਨਹੀਂ ਹੈ ਵੀ ਗੁਰੂ ਕੀ ਕਹਿ ਰਿਹਾ ਹੈ, ਬਸ ਪੜ੍ਹੀ ਜਾ ਰਿਹਾ, ਪੜ੍ਹੀ ਜਾ ਰਿਹਾ, ਪੜ੍ਹੀ ਜਾ ਰਿਹਾ। ਗੁਰਮੁਖ ਵਿਰਲੇ ਜਾਤਾ ਹੈ। ਪਰ ਜਿਹੜਾ ਗੁਰਮੁਖ ਹੈ, ਜਿਹਦਾ ਮੂੰਹ ਗੁਰ ਵੱਲ ਹੈ, ਸਤਿਗੁਰੂ ਕਹਿੰਦੇ ਨੇ ਉਹਨੇ ਜਾਣਿਆ ਸ਼ਬਦ ਦੀ ਕੀਮਤ ਨੂੰ। ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਉਹਨੇ ਜਾਣਿਆ ਵੀ ਕਿੰਨਾ ਅਮੋਲਕ ਹੈ, ਕਿੰਨਾ ਕੀਮਤੀ ਹੈ ਗੁਰੂ ਦਾ ਸ਼ਬਦ। ਪਰ ਕਿੰਨੇ ਜਾਣਿਆ? ਗੁਰੂ ਨੇ ਕਿਹਾ ਵੀ ਗੁਰਮੁਖ ਵਿਰਲਾ ਜਾਤਾ ਹੈ। ਕੋਈ ਵਿਰਲਾ ਹੀ ਗੁਰਮੁਖ ਹੈ, ਨਹੀਂ ਤਾਂ ਬਹੁਤੇ ਆਪਣੇ ਵਾਂਗ ਪੜ੍ਹਨ ਵਾਲੇ ਆ, ਸਾਰੀ ਉਮਰ ਪੜ੍ਹੀ ਜਾਂਦੇ। ਸਤਿਗੁਰੂ ਨੇ ਕਿਹਾ ਮੂਰਖ ਪੜ੍ਹੈ ਸ਼ਬਦ ਨਾ ਬੂਝੈ, ਗੁਰਮੁਖ ਵਿਰਲਾ ਜਾਤਾ ਹੈ। ਵਿਰਲੇ ਮਨੁੱਖ ਨੇ ਜਾਣਿਆ ਗੁਰੂ ਦੇ ਸ਼ਬਦ ਨੂੰ। ਆਪੇ ਕਰਤਾ ਕਰੇ ਕਰਾਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਵੀ ਮਨੁੱਖ ਦੇ ਵੱਸ ਦੀ ਵੀ ਕੀ ਗੱਲ, ਉਹ ਆਪੇ ਕਰਨ ਵਾਲਾ। ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਕਹਿ ਧਾਰੀਐ। ਦੇਖਿਆ ਕੀਤਾ ਆਪਣਾ, ਤਰ ਕੱਚੀ ਪੱਕੀ ਸਾਰੀ ਹੈ। ਆਪੇ ਕਰਤਾ ਕਰੇ ਕਰਾਏ, ਸੱਚੀ ਬਾਣੀ ਸੱਚ ਦਰੜਾਏ। ਉਹਦੀ ਬਾਣੀ ਸੱਚੀ ਆ, ਉਹ ਸੱਚ ਆ। ਵਾਹਿਗੁਰੂ ਪਰਮੇਸ਼ਰ ਸੱਚ ਹੈ, ਉਹਦੀ ਬਾਣੀ ਸੱਚ ਹੈ। ਸੱਚ ਦਰੜਾਏ, ਅਤੇ ਉਹਦਾ ਜਿਹੜਾ ਸੱਚ ਆ, ਜਿਹੜਾ ਗੁਰਮੁਖ ਹੈ, ਉਹ ਆਪਣੇ ਮਨ ਦੇ ਵਿੱਚ ਪੱਕਾ ਕਰਕੇ ਰੱਖਦਾ, ਕਿਤੇ ਮੇਰੇ ਕੋਲੋਂ ਚਲਾ ਨਾ ਜਾਵੇ ਇੰਨਾ ਕੀਮਤੀ ਪਦਾਰਥ। ਨਾਨਕ ਨਾਮ ਮਿਲੈ ਵਡਿਆਈ, ਜੁਗ ਜੁਗ ਏਕੋ ਜਾਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ ਵਿੱਚ ਬਿਆਨ ਕਰ ਰਹੇ ਨੇ। ਨਾਨਕ ਨਾਮ ਮਿਲੈ ਵਡਿਆਈ। ਇਹ ਨਾਨਕ, ਨਾਮ ਦੀ ਵਡਿਆਈ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਨੇ ਨਾਮ ਨੂੰ ਕਮਾਉਣਾ ਕੀਤਾ ਹੈ, ਜਿਹੜੇ ਸਮਝਦੇ ਆ ਵੀ ਇਹਦੀ ਕੀਮਤ ਕੀ ਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਉਹ ਦੁਨਿਆਵੀ ਹੀਰਿਆਂ ਦੇ ਮਗਰ ਨਹੀਂ ਭੱਜਦੇ, ਉਹ ਪਰਮਾਤਮਾ ਦੇ ਜੋ ਨਾਮ ਰੂਪੀ ਹੀਰਾ ਏ ਉਹਦੇ ਮਗਰ ਭੱਜਦੇ ਆ। ਇਹ ਉਹਨੂੰ ਜਪਦੇ ਆ। ਨਾਨਕ ਨਾਮ ਮਿਲੈ ਵਡਿਆਈ। ਜਿਹੜੀ ਵਡਿਆਈ ਗੁਰੂ ਨੇ ਦੇ ਦਿੱਤੀ ਉਹ ਸਾਰੀ ਉਮਰ ਨਹੀਂ ਜਾਂਦੀ। ਅਤੇ ਜਿਹੜੀ ਮਨੁੱਖ ਇੱਕ ਦੂਜੇ ਨੂੰ ਵਡਿਆਈ ਦਿੰਦਾ, ਚਾਹੇ ਕਿਸੇ ਦੇ ਰਾਹੀਂ, ਚਾਹੇ ਕਿਸੇ ਦੇ ਰਾਹੀਂ, ਕੋਈ ਪਦਵੀਆਂ, ਮਾਣ, ਪ੍ਰਤਿਸ਼ਠਾ ਦੁਨਿਆਵੀ, ਉਹ ਸਾਲ ਨੇ, 5 ਸਾਲ ਨੇ, 10 ਸਾਲ ਨੇ, ਸਦਾ ਵਾਸਤੇ ਥੋੜ੍ਹਾ। ਪਰ ਜਿਹਨੂੰ ਵਡਿਆਈ ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜੁਗ ਜੁਗ ਇੱਕ, ਉਹ ਜੁਗਾਂ ਤੱਕ ਰਹਿੰਦੀ ਹੈ। ਜੁਗ ਜੁਗ ਇੱਕੋ ਜਾਤਾ ਹੈ, ਉਹਨੂੰ ਕੋਈ ਖ਼ਤਮ ਨਹੀਂ ਕਰ ਸਕਦਾ। ਇਸ ਜਨਮ ਤੱਕ ਉਹ ਵਡਿਆਈ ਨਹੀਂ ਰਹਿੰਦੀ, ਉਹ ਸਾਲਾਂ ਦੇ ਵਿੱਚ ਵੱਜੀ ਨਹੀਂ ਹੈ। ਸਤਿਗੁਰੂ ਕਹਿੰਦੇ ਜੁਗ ਜੁਗ, ਹਰੇਕ ਜੁਗ ਜੁਗ ਦੇ ਵਿੱਚ ਉਸ ਮਾਲਕ ਦੀ ਜਿਹੜੀ ਵਡਿਆਈ ਆ ਉਹ ਸਦਾ ਵਾਸਤੇ ਰਹਿੰਦੀ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਬਹੁਤ ਧੰਨਵਾਦ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ